ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ 'ਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਤੁਸੀਂ ਇਸ ਵਕਤ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜੋ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਤੁਹਾਨੂੰ ਲੋਕਲ ਏਰੀਆ ਦੇ ਵਿੱਚ ਜੌਬ ਦਿੰਦੀ ਹੈ। ਡੇਲੀ ਹੋਮ ਜਾ ਸਕਦੇ ਹੋ। ਡਿਸਪੈਚ ਪੰਜਾਬੀ ਤੇ ਇੰਗਲਿਸ਼ 'ਚ ਹੈ ਜੀ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਕਾਲ ਕਰ ਸਕਦੇ ਹੋ, ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਬੀਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਬਿੱਲਾਂ ਨੂੰ $0 ਕਰਨ ਦੇ ਲਈ ਇੱਕੋ ਇੱਕ ਨਾਂ ਜਤਿੰਦਰ ਸਿੰਘ ਤੂਰ 6617541722 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਅੱਜ ਬਜਟ ਸੈਸ਼ਨ ਹੋਇਆ, ਇਹਦੇ ਉੱਤੇ ਅਸੀਂ ਗੱਲ ਕਰ ਲਈ ਹੈ, ਪਰ ਲਗਾਤਾਰ ਜੇਕਰ ਗੱਲ ਕਰੀਏ ਤਾਂ ਸਰਕਾਰ ਕਿਵੇਂ ਨਾ ਕਿਵੇਂ ਤਰੀਕੇ ਹੱਥ ਕੰਡੇ ਅਪਣਾ ਰਹੀ ਹੈ ਵੀ ਹਜੇ ਵੀ ਕਿਸਾਨਾਂ ਨੂੰ ਗੋਡੇ ਥੱਲੇ ਲੈ ਲਿਆ ਜਾਵੇ ਜੀ, ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾਵੇ। ਜਿਵੇਂ ਸਪਲੈਂਟਰ ਜੇ ਨਹੀਂ ਛੱਡੇ ਜਾਂਦੇ ਹੁੰਦੇ ਥੋੜ੍ਹੇ ਥੋੜ੍ਹੇ ਧਮਾਕੇ ਜਿਹੇ ਆਸੇ ਪਾਸੇ, ਇਹੋ ਜਿਹੇ ਸਪਲੈਂਟਰ ਗਰੁੱਪ ਵੀ ਤਿਆਰ ਕੀਤੇ ਗਏ ਨੇ ਕਿਸਾਨਾਂ ਦੇ ਵਿਰੋਧ ਕਰਨ ਦੇ। ਬਿਲਕੁਲ ਬਿਲਕੁਲ। ਕੀ ਲੱਗਦਾ ਕਿਸਾਨ ਮੰਨ ਜਾਣਗੇ? ਦੇਖੋ, ਕਿਸਾਨ ਜਿਹੜੇ ਹੈਗੇ ਆ ਉਹ ਕਰੋ ਜਾਂ ਮਰੋ ਦੀ ਲੜਾਈ ਲੜ ਰਹੇ ਜੀ, ਜਸ ਜਾਂ ਨੋ ਦੀ ਲੜਾਈ ਲੜ ਰਹੇ। ਸਰਕਾਰ ਨੇ ਕਿਸਾਨਾਂ ਨੂੰ ਲੀਹ ਤੋਂ ਲਾਉਣ ਵਾਸਤੇ, ਦਿੱਲੀ 'ਚੋਂ ਖਦੇੜਨ ਵਾਸਤੇ ਇੱਕ ਯਤਨ ਨਹੀਂ ਕੀਤੇ, ਲਗਾਤਾਰ ਯਤਨ ਹੋ ਰਹੇ ਆ ਪਹਿਲੇ ਦਿਨਾਂ ਤੋਂ ਜੀ। ਸ਼ੁਰੂਆਤ ਪੰਜਾਬ ਤੋਂ ਹੁੰਦੀ ਹੈ। ਪੰਜਾਬ ਤੋਂ ਕਿਸਾਨਾਂ ਦੇ ਕਾਫਲੇ ਚੱਲਦੇ ਆ ਅਤੇ ਹਰਿਆਣੇ ਦੇ ਹਰ ਸ਼ਹਿਰ ਦੇ ਵਿੱਚ ਹਰ ਬਾਰਡਰ ਦੇ ਉੱਤੇ ਬੈਰੀਕੇਡ ਲਾਏ ਵੇ। ਜੀ, ਉਹਨਾਂ ਬੈਰੀਕੇਡਾਂ ਨੂੰ ਪਾਰ ਕਰਦੀ ਹੋਈ ਕਿਸਾਨ ਸ਼ਕਤੀ ਜਦੋਂ ਦਿੱਲੀ ਕੋਲੇ ਪਹੁੰਚਦੀ ਹੈ ਤੇ ਦਿੱਲੀ ਨੂੰ ਦੀ ਘੇਰਾਬੰਦੀ ਕਰਦੀ ਜੀ। ਕਿਸਾਨਾਂ ਨੇ ਬਾਹਰ ਡੇਰੇ ਲਾਤੇ। ਸਰਕਾਰ ਨੇ ਆਪਣੇ ਬੰਦਿਆਂ ਰਾਹੀਂ ਸੁਪਰੀਮ ਕੋਰਟ 'ਚ ਪਟੀਸ਼ਨ ਪਵਾਈ ਜੀ ਕਿ ਜੀ ਕਿਸਾਨਾਂ ਨੂੰ ਹਟਾਇਆ ਜਾਵੇ, ਕਿਸਾਨਾਂ ਨੂੰ ਇੱਥੋਂ ਉਠਾਇਆ ਜਾਵੇ, ਜੀ, ਸਾਨੂੰ ਹੁਕਮ ਦਿੱਤਾ ਜਾਵੇ। ਤੇ ਮਾਨਯੋਗ ਸੁਪਰੀਮ ਕੋਰਟ ਨੇ ਕਰਾਰੀ ਜੀ ਚਪੇੜ ਮਾਰੀ ਸਰਕਾਰ ਦੇ ਮੂੰਹ ਤੇ। ਜੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਲੋਕ ਪੁਰਅਮਨ ਹੈ, ਇਹਨਾਂ ਨੂੰ ਦਿੱਲੀ ਇਹਨਾਂ ਦੀ ਰਾਜਧਾਨੀ 'ਚ ਆਉਣ ਤੋਂ ਤੁਸੀਂ ਰੋਕਿਆ, ਇਹ ਬੈਠੇ ਹਾਂਜੀ। ਕੰਸਟੀਟਿਊਸ਼ਨ ਨੇ ਪੁਰਅਮਨ ਅੰਦੋਲਨ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਤੇ ਤੁਸੀਂ ਸਾਥੋਂ ਕੀ ਭਾਲਦੇ ਹੋ? ਆਪਣੇ ਹਿਸਾਬ ਨਾਲ ਗੱਲ ਕਰ ਲਓ। ਫਿਰ ਆ ਗਈ ਕਿਸਾਨ ਪਰੇਡ ਜੀ। ਜਿਸ ਵੇਲੇ ਕਿਸਾਨ ਪਰੇਡ ਆਈ, 5-6 ਦੌਰਾਂ ਦੀ ਮੀਟਿੰਗ ਜਿਹੜੀ ਹੈ ਗੱਲਬਾਤ ਹੋਈ ਹੈ ਦਿੱਲੀ ਪੁਲਿਸ ਨਾਲ। ਜੀ। ਦਿੱਲੀ ਪੁਲਿਸ ਨੇ ਉਹਨਾਂ ਦੇ ਲਈ ਇੱਕ ਰੂਟ ਤੈਅ ਕੀਤਾ। ਕਿਸਾਨ ਜਥੇਬੰਦੀਆਂ ਨੇ ਉਹ ਰੂਟ ਪ੍ਰਵਾਨ ਕਰ ਲਿਆ। 26 ਤਾਰੀਖ ਨੂੰ ਸਵੇਰੇ ਪਰੇਡ ਨਿਕਲਣੀ ਹੈ ਜੀ। 25 ਤਾਰੀਖ ਦੀ ਰਾਤ ਨੂੰ ਜਿਹੜਾ ਸਿੰਘੂ ਵਾਲਾ ਮੁੱਖ ਮੰਚ ਹੈ ਉਹਦੇ ਉੱਤੇ ਇੱਕ ਕਬਜ਼ਾ ਹੁੰਦਾ ਹੈ। ਹਾਲਾਂਕਿ ਸ਼ਾਮ ਦੇ ਟਾਈਮ ਜਦੋਂ ਉਹਨਾਂ ਨੇ ਆਪਣਾ ਸਾਰਾ ਕਾਰੋਬਾਰ ਮੁਕੰਮਲ ਕਰਕੇ ਜੀ ਆਪਣਾ ਜਲਸਾ ਸਮੇਟਿਆ, ਮੰਚ ਨੂੰ ਸੰਤੋਖਿਆ, ਤਾਂ ਉਸ ਵੇਲੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਸੀ। ਕਿਉਂਕਿ ਨਿਤਨੇਮ ਕਰਦੇ ਨੇ। ਨਿਤਨੇਮ ਕਰਦੇ ਆਪਾਂ ਜਾਣਦੇ ਹਾਂ ਕਿ ਜਦੋਂ ਰਹਿਰਾਸ ਸਾਹਿਬ ਦਾ ਪਾਠ ਹੋ ਜਾਏ ਉਸ ਤੋਂ ਬਾਅਦ ਜਿਹੜਾ ਹੈਗਾ ਸਭ ਕੰਮ ਬੰਦ ਹੋ ਜਾਂਦਾ। ਕਿਸਾਨ ਆਗੂ ਚਲੇ ਗਏ ਮੀਟਿੰਗ ਕਰਨ ਵਾਸਤੇ। ਉਹ ਤੋਂ ਬਾਅਦ ਫਿਰ ਕਈ ਹੁੜਦੁੰਗਬਾਜ਼ ਆਏ ਤੇ ਉਹਨਾਂ ਨੇ ਮੰਚ ਤੇ ਆ ਕੇ ਕਬਜ਼ਾ ਕੀਤਾ। ਬੁੱਢੇ, ਇਹਨਾਂ ਦੀਆਂ ਲੱਤਾਂ 'ਚ ਦਮ ਹੈ ਨਹੀਂ, ਇਹ ਕਮਜ਼ੋਰ ਹੈ, ਇਹ ਬਕਾਊ ਹੈ, ਇਹ ਡਰਪੋਕ ਹੈ, ਇਹ ਦਿੱਲੀ 'ਚ ਜਾਣ ਤੋਂ ਡਰਦੇ ਹੈ, ਇਹਨਾਂ ਨੇ ਸਰਕਾਰ ਦਾ ਦਿੱਤਾ ਹੋਇਆ ਰੂਟ ਜਿਹੜਾ ਹੈਗਾ ਉਹ ਪ੍ਰਵਾਨ ਕਰ ਲਿਆ। ਅਸੀਂ ਤਾਂ ਪੁਰਾਣੇ ਰੂਟ ਤੇ ਚੱਲਾਂਗੇ। ਲਲਕਾਰੇ ਮਾਰੇ। ਲਲਕਾਰੇ ਮਾਰਨ ਤੋਂ ਬਾਅਦ 10 ਵਜੇ ਦੇ ਕਰੀਬ ਇਹ ਡਰਾਮਾ ਹੋਣਾ ਸ਼ੁਰੂ ਹੋਇਆ। ਪਰ ਪੁਰਾਣਾ ਰੂਟ ਤਾਂ ਕਿਸੇ ਨੇ ਦਿੱਤਾ ਹੀ ਨਹੀਂ ਸੀ। ਕਿਹੜਾ ਪੁਰਾਣਾ ਰੂਟ? ਗੱਲ ਤਾਂ ਕਿਹਨੇ ਬਣਾਇਆ? ਉਹ ਗੱਲ ਤਾਂ ਇਹੀ ਹੈ, ਕੋਈ ਰੂਟ ਨਹੀਂ। ਰਾਤ ਨੂੰ 10 ਵਜੇ ਦਿੱਲੀ ਦੇ ਪੁਲਿਸ ਅਫਸਰਾਂ ਦੀ ਇੱਕ ਟੀਮ ਆਉਂਦੀ ਹੈ। ਜੀ। ਕਿੱਥੇ ਆਉਂਦੀ ਹੈ? ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕੈਂਪ ਹੈ, ਉਹਦੇ ਕੈਂਪ ਹੈ ਉਹ ਜਮਾ ਬਾਰਡਰ ਤੇ, ਬਾਰਡਰ ਦੇ ਉੱਤੇ ਦਿੱਲੀ ਵਾਲੇ ਪਾਸੇ। ਉੱਥੇ ਮੇਨ ਮੰਚ ਤੋਂ ਤਕਰੀਬਨ 700 ਮੀਟਰ ਦਿੱਲੀ ਵਾਲੇ ਪਾਸੇ ਮੇਨ ਮੰਚ, ਪਹਿਲਾ ਮੇਨ ਮੰਚ, ਫਿਰ ਨਿੰਗ ਸਿੰਘ ਵੀ ਹਰਿਆਣੇ 'ਚ ਆ ਗਏ। ਇਹ ਹਰਿਆਣੇ ਦੀ ਹੱਦ ਟੱਪ ਕੇ ਦਿੱਲੀ 'ਚ ਬੈਠੇ। ਉੱਥੇ ਕਿਸੇ ਨੇ ਰੋਕਿਆ ਨਹੀਂ ਉਹਨਾਂ ਨੂੰ। ਬਾਕੀਆਂ ਨੂੰ ਰੋਕਤਾ, ਉਹਨਾਂ ਨੂੰ ਨਹੀਂ ਰੋਕਿਆ। ਔਰ ਉੱਥੇ ਜਦੋਂ ਪੁਲਿਸ ਅਫਸਰ ਆਉਂਦੇ, ਉੱਥੇ ਯੋਜਨਾ ਬਣਦੀ ਹੈ। ਯੋਜਨਾ ਤੋਂ ਬਾਅਦ ਫਿਰ ਇੱਕ ਸ਼੍ਰੀਮਾਨ ਐਲਾਨ ਕਰਦੇ ਹੈ, ਉਹ ਵੀ ਉੱਥੇ ਪ੍ਰਗਟ ਹੋ ਜਾਂਦੇ। ਹੁਣ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਖੇਤਾਂ 'ਚ ਬੈਠਾ, ਮੈਂ ਤਾਂ ਝੁੱਗੀਆਂ 'ਚ ਬੈਠਾ। ਉੱਥੇ ਐਲਾਨ ਕਰਦਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਰੂਟ ਤੇ ਚੱਲਾਂਗੇ, ਜਿਹੜੇ ਰੂਟ ਤੇ ਇਹ ਚੱਲਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਰੂਟ ਚੱਲਣ ਵਾਸਤੇ ਜਿਹੜਾ ਟਾਈਮ ਸੀ ਉਹ ਸਾਰਿਆਂ ਵਾਸਤੇ ਇੱਕੋ ਹੀ ਸੀ ਕਿ ਜਦੋਂ ਤਿਰੰਗੇ ਵਾਲੀ ਪਰੇਡ ਖਤਮ ਹੋ ਗਈ 11 ਵਜੇ, ਉਹ ਤੋਂ ਬਾਅਦ ਚੱਲਣਾ। ਉਹ ਤੋਂ ਪਹਿਲਾਂ ਚੱਲਣਾ ਹੀ ਨਹੀਂ। ਰਾਤੇ ਰਾਤੀ ਉੱਥੇ ਸਾਰੇ ਜਿਹੜੇ ਸੀ ਹਰਡਲਸ ਜਿਹਨੂੰ ਆਪਾਂ ਕਹਿ ਦਈਏ ਬੈਰੀਕੇਡ ਸੀ, ਉਹ ਹਟਾਤੇ ਤੇ ਸਵੇਰੇ 8 ਵਜੇ ਚੱਲ ਪਏ।
ਲੋਕ ਜਿਹੜੇ ਵੱਡੇ ਲੀਡਰ ਸੀ, ਜਿਹੜੇ ਆਪਦੇ ਆਪ ਨੂੰ ਹੁਣ ਕਹਿੰਦੇ ਜੀ ਸਾਡੇ ਨਾਲ ਤਾਂ ਦੇਸ਼ ਭਗਤ ਕੋਈ ਨਹੀਂ, ਉਹ ਉੱਠ ਕੇ ਮਤਲਬ ਜਿਹੜੇ ਹੋਟਲਾਂ 'ਚ ਉੱਠ ਕੇ ਆ ਕੇ ਤੇ ਮੌਕੇ 'ਤੇ ਪਹੁੰਚ ਗਏ। ਕਿਸੇ ਨੇ ਰਾਹ 'ਚ ਰੋਕਿਆ ਨਹੀਂ ਉਹਨਾਂ ਨੂੰ। ਜਿਹੜੀਆਂ ਗੱਡੀਆਂ ਸੀ ਕਿਸਾਨਾਂ ਦੀਆਂ, ਜਿਨ੍ਹਾਂ ਨੇ ਮੇਨ ਰੂਟ ਜਿਹੜਾ ਪੁਲਿਸ ਨੇ ਦਿੱਤਾ ਸੀ ਉਹਦੇ 'ਤੇ ਤੁਰਨਾ ਸੀ, ਉੱਥੇ ਰੁਕਾਵਟਾਂ ਪਾ ਕੇ ਤੇ ਦੂਜੇ ਪਾਸੇ ਨੂੰ ਮੋੜਤੀਆਂ, ਜਿੱਧਰ ਨੂੰ ਲਾਲ ਕਿਲ੍ਹਾ ਸੀ। ਇਹ ਤਾਂ ਉਦੋਂ ਪਤਾ ਲੱਗਾ ਕਿ ਜਦੋਂ ਲਾਲ ਕਿਲ੍ਹੇ ਉਹ ਪਹੁੰਚੇ। ਤਾਂ ਵਿਚਾਰਿਆਂ ਨੂੰ, ਕਿਸਾਨਾਂ ਨੂੰ ਤਾਂ ਪਤਾ ਨਹੀਂ। ਕਿਸਾਨ ਤਾਂ ਜਦੋਂ ਉੱਥੇ ਗਏ, ਇੱਕ ਬੀਬੀ ਹੈ, ਮੇਰਾ ਖਿਆਲ ਆ ਵੀ ਉਹ ਆਰਮਡ ਫੋਰਸਿਸ ਦੇ ਵਿੱਚ ਰਹੀ ਹੈ, ਯੂਪੀ ਵਾਲੇ ਪਾਸੋਂ ਆਪਣਾ ਟਰੈਕਟਰ ਆਪ ਚਲਾ ਕੇ ਲੈ ਕੇ ਹਾਂਜੀ ਹਾਂਜੀ ਹਾਂ। ਉਹ ਡਿਫੈਂਸ ਦੇ ਨਾਲ ਸੰਬੰਧਿਤ ਹੋਣ ਕਰਕੇ ਦਿੱਲੀ ਦੀਆਂ ਗਲੀਆਂ ਜਾਣਦੀ ਸੀ। ਉਹਦੀ ਤੁਸੀਂ ਵੀਡੀਓ ਦੇਖੋ, ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀ ਹੈ ਕਿ ਸਾਨੂੰ ਪੁਲਿਸ ਨੇ ਇਸ ਢੰਗ ਦੇ ਨਾਲ ਉਸ ਪਾਸੇ ਨੂੰ ਤੋਰਿਆ ਤੇ ਅਸੀਂ ਉਸ ਪਾਸੇ ਨੂੰ ਤੁਰ ਕੇ ਜਦੋਂ ਪਤਾ ਲੱਗਿਆ ਫਸ ਗਏ। ਕਹਿੰਦੀ ਮੈਂ ਤਾਂ ਦਿੱਲੀ ਦੀ ਵਾਕਫਕਾਰ ਸੀ, ਮੈਂ ਤਾਂ ਇੱਧਰ ਉੱਧਰ ਦੀ ਕਰਕੇ ਕੱਢ ਲਈ, ਨਿਕਲੇ ਤੇ ਬਾਕੀ ਤਾਂ ਵਿਚਾਰੇ ਸਾਰੇ ਫਸ ਗਏ। ਹੁਣ ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਉੱਥੇ ਗਏ, ਜਿਹੜੇ ਲੋਕ ਲਾਲ ਕਿਲ੍ਹੇ ਵਾਲੇ ਪਾਸੇ ਗਏ, ਆਮ ਸਧਾਰਨ ਕਿਸਾਨ ਨਹੀਂ ਗਏ, ਕਿਸਾਨਾਂ ਨੂੰ ਲੈ ਕੇ ਜਾਇਆ ਗਿਆ। ਲੈ ਕੇ ਕੌਣ ਗਏ? ਲੀਡਰ ਕਈ ਕਿਸਮ ਦੇ ਹੈ। ਉਹਦੇ ਵਿੱਚ ਨੌਜਵਾਨ ਲੀਡਰ ਵੀ ਆ ਗਏ, ਉਹਦੇ ਵਿੱਚ ਸਮਾਜ ਸੇਵਕ ਵੀ ਆ ਗਏ, ਉਹਦੇ ਆਪੇ ਬਣੇ ਲੀਡਰ ਵੀ ਆ ਗਏ, ਆਪਣੇ ਬਣੇ ਲੀਡਰ ਵੀ ਆ ਗਏ, ਫਿਲਮੀ ਕਲਾਕਾਰ ਵੀ ਆ ਗਏ। ਉਹਦੇ 'ਚ ਉਹਨਾਂ ਨੇ ਜਾ ਕੇ ਸਾਰਾ ਕੁਛ ਕਰਾ ਕੇ ਉੱਥੇ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ, ਉਹ ਲਹਿਰਾਤਾ। ਅਸੀਂ ਬੜੇ ਵਾਰੀ ਕਹਿ ਚੁੱਕੇ ਹਾਂ ਕਿ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ, ਉਹ ਲਹਿਰਾਇਆ ਜਾ ਸਕਦਾ ਸੀ। ਲੇਕਿਨ ਪੋਲੀਟਿਕਸ ਕੀ ਹੈ? ਪੋਲੀਟਿਕਸ ਇਹ ਸੀ ਕਿ ਇਸ ਲਿਹਾਜ਼ ਦੇ ਨਾਲ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ, ਇਹਨੂੰ ਪੰਜਾਬੀਆਂ ਦਾ, ਇਹਨੂੰ ਸਿੱਖਾਂ ਦਾ ਅੰਦੋਲਨ ਬਣਾਇਆ ਜਾਵੇ, ਇਹਨੂੰ ਸਿੱਖਾਂ ਦਾ ਅੰਦੋਲਨ ਬਣਾ ਕੇ ਬਦਨਾਮ ਕੀਤਾ ਜਾਵੇ ਤੇ ਸਿੱਖਾਂ ਨੂੰ ਬਾਕੀ ਸਾਰੇ ਦੇਸ਼ ਨਾਲੋਂ ਕੱਟਿਆ ਜਾਵੇ, ਕੱਟ ਕੇ ਇਹਨਾਂ ਨੂੰ ਕੱਲਿਆਂ ਨੂੰ ਨਿਖੇੜਿਆ ਜਾਵੇ, ਕੱਲਿਆਂ ਨੂੰ ਨਿਖੇੜ ਕੇ ਤੇ ਫਿਰ ਇਹਨਾਂ ਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ। ਇਹ ਕਹਾਣੀ ਉਹਨਾਂ ਨੇ ਕਰਤੀ। ਮੁਬਾਰਕ ਹੋਵੇ ਉਹਨਾਂ ਨੂੰ ਜਿਨ੍ਹਾਂ ਨੇ ਐਡਾ ਵੱਡਾ ਨੁਕਸਾਨ ਕਰਤਾ। ਅਖੀਰ ਕੁਛ ਹੀ ਸਮੇਂ ਦੇ ਬਾਅਦ ਗੱਲ ਬਿੱਲੀ ਥੈਲੋਂ ਬਾਹਰ ਆ ਗਈ ਕਿ ਇਹ ਤਾਂ ਇੱਕ ਸਾਜ਼ਿਸ਼ ਸੀ, ਕਿਉਂਕਿ ਦੂਜੇ ਪਾਸੇ ਵੀ ਜਿਹੜਾ ਪ੍ਰਵਾਨਿਤ ਰੂਟ ਤੇ ਜਾ ਰਿਹਾ ਸੀ ਮਾਰਚ, ਉਹ ਵੀ ਨੰਗਲੋਈ ਕੋਲੇ, ਉਹਨੂੰ ਵੀ ਰੋਕਤਾ। ਉਹਨੂੰ ਵੀ ਕਹਿੰਦੇ ਸੀ ਤੁਸੀਂ ਇਸ ਪਾਸੇ ਨੂੰ ਜਾਓ, ਤਾਂ ਲੀਡਰ ਸਿਆਣੇ ਸੀ, ਨਹੀਂ ਗਏ। ਉਹਨੂੰ ਤੋੜਨ ਭੰਨਣ ਦਾ ਯਤਨ ਕੀਤਾ। ਇਹ ਸਾਰੀਆਂ ਗੱਲਾਂ ਹੁਣ ਸਾਹਮਣੇ ਆ ਗਈਆਂ ਲੋਕਾਂ ਦੀ। ਜੇ ਅਸੀਂ ਠੀਕ ਰਿਪੋਰਟਿੰਗ ਕਰਦੇ ਹਾਂ, ਸਹੀ ਰਿਪੋਰਟਿੰਗ ਕਰਦੇ ਹਾਂ, ਆਪਾਂ ਤਾਂ ਬਹੁਤ ਪਹਿਲਾਂ ਹੀ ਕਹਿਤਾ ਸੀ ਕਿ ਇਸ ਅੰਦੋਲਨ ਨੂੰ ਸਾਬੋਤਾਜ ਕਰਨ ਵਾਸਤੇ ਕੁਝ ਲੋਕ ਆ ਗਏ ਨੇ। ਇਹ ਅੰਦੋਲਨ ਨਿਰੋਲ ਕਿਸਾਨਾਂ ਦਾ ਹੈ, ਲੇਕਿਨ ਕੁਝ ਲੋਕ ਇਸ ਅੰਦੋਲਨ ਨੂੰ ਹਾਈਜੈਕ ਕਰਕੇ ਸਿਰਫ ਤੇ ਸਿਰਫ ਸਿੱਖ ਅੰਦੋਲਨ ਬਣਾਉਣਾ ਚਾਹੁੰਦੇ। ਆਪਾਂ ਕਿੰਨੇ ਵਾਰੀ ਆਖਿਆ ਇੱਥੇ? ਬਿਲਕੁਲ ਆਪਾਂ ਇਹ ਗੱਲ ਕਹਿਤੀ। ਸਾਡੀ ਗੱਲ ਲੋਕਾਂ ਨੇ ਸੁਣ ਲਈ, ਸਾਡੀ ਗੱਲ ਲੋਕਾਂ ਨੇ ਸੁਣੀ। ਲੱਖਾਂ ਹਜ਼ਾਰਾਂ ਕਰੋੜਾਂ ਦੇ ਵਿੱਚ ਲੋਕਾਂ ਦੇ ਕੋਲੇ ਗੱਲ ਗਈ। ਹੁਣ ਧਮਕੀਆਂ ਆ ਰਹੀਆਂ, ਵੀਡੀਓ ਪਾਈਆਂ ਜਾ ਰਹੀਆਂ, ਸ਼ਾਇਦ ਤੁਹਾਨੂੰ ਵੀ ਆਈ ਹੋਵੇ, ਮੈਨੂੰ ਧਮਕੀਆਂ ਆਈਆਂ, ਵੱਢ ਦਿਆਂਗੇ, ਮਾਰ ਦਿਆਂਗੇ, ਟੁਕੜੇ ਕਰ ਦਿਆਂਗੇ। ਜੇ 65 ਸਾਲ ਦੀ ਉਮਰ ਹੋਈ ਹੈ, ਇਹਨਾਂ ਮੁਸੀਬਤਾਂ ਵਿੱਚ ਨਹੀਂ ਨਿਕਲੇ। ਕਿਸੇ DGP KPS ਗਿੱਲ ਦਾ ਟਾਊਟ ਬਣਾਤੇ, ਤੁਹਾਡੇ ਟਾਊਟ ਬਣਾਤੇ ਸਮੈਤ ਸਿੰਘ ਸੈਣੀ ਦੇ। ਇਹ ਤਾਂ ਵੀਡੀਓ ਚੱਕ ਕੇ ਦੇਖ ਲਓ ਕਿ ਜਿੰਨਾ ਕੁਛ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਦੇ ਵਿੱਚ ਜਿਨ੍ਹਾਂ ਦਾ ਰੋਲ ਸੀ, ਜਿੰਨੀ ਬੇਬਾਕੀ ਦੇ ਨਾਲ ਅਸੀਂ ਉਹ ਮਾਮਲਾ ਉਠਾਇਆ, ਕਿਸੇ ਨੇ ਉਠਾਇਆ ਨਹੀਂ ਉਠਾਇਆ। ਜਿੰਨੇ ਢੰਗ ਦੇ ਨਾਲ ਕੱਲੇ ਪੁਲਿਸ ਅਫਸਰ ਦਾ ਲੈ ਲਓ, ਸਭ ਤੋਂ ਜ਼ਾਲਮ ਬੰਦਾ ਸੀਤਾ ਗਰੇਵਾਲ ਦਾ ਮਾਮਲਾ ਮੋਹਨ ਸਿੰਘ ਪਟਵਾਰੀ ਵਾਲਾ ਕਿਹਨੇ ਉਠਾਇਆ ਸੀ? ਰੇਡੀਓ ਪੰਜਾਬ ਤੇ ਆਪਾਂ ਚੁੱਕਿਆ। ਪਰਮਰਾਜ ਸਿੰਘ ਉਮਰਾ ਨੰਗਲ ਡੇ 1 ਤੋਂ ਜਦੋਂ ਬਰਗਾੜੀ ਦੇ ਤਸ਼ੱਦਦ ਹੋਇਆ, ਕਿਹਨੇ ਚੱਕਿਆ? ਅਸੀਂ ਚੁੱਕਿਆ। ਉਹ ਤੋਂ ਬਾਅਦ ਕਿਵੇਂ ਜਿਹੜਾ ਬਰਗਾੜੀ ਦਾ ਤਸ਼ੱਦਦ ਹੋਇਆ, ਉਹਦੇ ਵਿੱਚ ਪੋਲੀਟੀਕਲ ਤੇ ਜਿਹੜਾ ਹੈਗਾ ਪੁਲਿਸ ਜਾਂ ਨੈਕਸਸ ਕਿਵੇਂ ਹੋਇਆ, ਉਹਨੂੰ ਬੇਨਕਾਬ ਕਿਹਨੇ ਕੀਤਾ? ਉਹ ਆਪਾਂ ਕੀਤਾ। ਕਿਵੇਂ ਜਿਵੇਂ ਬਾਦਲਾਂ ਦੇ ਨਾਲ ਸਮੈਤ ਸਿੰਘ ਸੈਣੀ ਦੀ ਨੇੜਤਾ ਕਿਵੇਂ ਬਣੀ, ਉਹ ਵੀ ਦੱਸਿਆ। ਇਹ ਕਿਹਨੇ ਦੱਸਿਆ? ਇਹ ਅਸੀਂ ਦੱਸਿਆ। ਮੁਲਤਾਨੀ ਕੇਸ ਦੀ ਇੱਕ ਕੜੀ ਖੋਲ ਕੇ ਅਸੀਂ ਦੱਸੀ ਕਿ ਕਿੱਥੋਂ ਕੀ ਕੁਛ ਹੋਇਆ ਗਿਆ, ਸਾਰਾ ਕੁਛ ਹੋਇਆ। ਇਹ ਸਾਰਾ ਜੇ ਅਸੀਂ ਟਾਊਟ ਹੋਗੇ ਤਾਂ ਫਿਰ ਅਸੀਂ ਉਹਨਾਂ ਨੂੰ ਬੇਨਕਾਬ ਕੌਣ ਕਰਦੇ? ਟਾਊਟ ਤਾਂ ਜਿਹੜੇ ਹੈਗੇ ਥਾਪੀਆਂ ਮਾਰਦੇ ਉਹਨਾਂ ਦੇ ਹੱਕ 'ਚ, ਬਿਲਕੁਲ ਉਹ ਤਾਂ ਉੱਥੇ ਫਿਰਦੇ, ਟਾਊਟ ਤਾਂ ਵਿਦੇਸ਼ਾਂ 'ਚ ਜਾ ਕੇ ਵੀ ਫਿਰਦੇ। ਲੇਕਿਨ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ, ਅਸੀਂ ਉਸ ਲਾਈਨ ਦੇ ਉੱਤੇ ਚੱਲਦੇ ਹਾਂ, ਚੱਲਦੇ ਰਹਾਂਗੇ। ਜ਼ਿੰਦਗੀ ਦੇ ਵਿੱਚ ਨਾ ਕਦੇ ਥਿੜਕਿਆਂ ਤੇ ਨਾ ਕੋਈ ਥੜਕਾ ਸਕਦਾ ਜੀ। ਔਰ ਇਹ ਦਾਅਵੇ ਨਾਲ ਕਹਿੰਦੇ ਆ ਕਿ 100 ਸਾਲ ਤਾਂ ਭੇਡ ਵੀ ਜਿਉਂ ਲੈਂਦੀ ਹੈ, ਪਰ ਸ਼ੇਰ ਜਿਹੜਾ ਹੈਗਾ ਉਹ ਥੋੜਾ ਚਿਰ ਜਿਉਂਦਾ ਹੁੰਦਾ ਹੈ। ਜਿਉਣਾ ਤਾਂ ਸ਼ੇਰ ਵਾਂਗੂ ਜਿਉਵੋ ਤੇ ਭਾਵੇਂ 2 ਦਿਨ ਜਿਉ ਲੋ, ਭੇਡ ਵਾਂਗੂ 100 ਸਾਲ ਜਿਉਣਾ ਫਜ਼ੂਲ ਹੈ। ਇਹ ਟੀਪੂ ਸੁਲਤਾਨ ਨੇ ਕਿਹਾ ਸੀ। ਸਾਡੀ ਜ਼ਿੰਦਗੀ ਦਾ ਇੱਕ ਮਾਟੋ ਹੈ, ਇਹ ਮਿਸ਼ਨ ਅਸੀਂ ਲੈ ਕੇ ਚੱਲੇ। ਅਸੀਂ ਕਿੰਨਾ ਕੌਣ ਇੱਥੇ ਕਿਹਦਾ ਮੇਰਾ ਦਾਦਾ ਬੈਠਾ ਹੈ, ਕਿਸਾਨੀ ਸੰਘਰਸ਼ ਪਹਿਲੇ ਦਿਨ ਤੋਂ ਦੱਸੀ ਗਏ ਵੀ ਕੌਣ ਕਿਵੇਂ ਵੜ ਗਿਆ, ਕਿਹਦਾ ਦਾਦਾ ਪੜਦਾਦਾ, ਕਿਹਦੇ ਬਾਪੂ ਬੈਠੇ ਇੱਥੇ, ਸਾਰੀ ਦੁਨੀਆ ਨੇ ਜਾਣਾ। ਲੇਕਿਨ ਸੱਚਾਈ ਤੋਂ ਪਾਸੇ ਨਹੀਂ ਜਾਵਾਂਗੇ, ਸਾਰਾ ਕੁਝ ਕਰਾਂਗੇ। ਅਸੀਂ ਉਹ ਦੱਸਦਾ ਜੀ। ਪਹਿਲੀ ਤਾਂ ਇਹਨੂੰ ਡੀਰੇਲ ਕਰਨ ਦਾ ਉਹ ਯਤਨ ਕੀਤਾ, ਫਿਰ ਡੀਰੇਲ ਕਰਨ ਦਾ ਯਤਨ ਕੀਤਾ ਜਿਸ ਵੇਲੇ ਬੈਠੇ ਵਿਚਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੈਂਪ ਦੇ ਵਿੱਚ ਕਿਸਾਨ ਬੈਠੇ ਸੀ ਨਾ, ਉਹਨਾਂ ਦੇ ਉੱਤੇ ਹਮਲਾ ਕੀਤਾ। ਹਮਲਾ ਕਿਹਨੇ ਕੀਤਾ? RSS ਦੇ ਬੰਦਿਆਂ ਨੇ। ਕਿੰਨੇ ਬੰਦੇ ਸੀ? 15-20 ਆਏ, ਫਿਰ 150-200 ਆ ਗਏ। ਹਮਲਾ ਕਰਨ ਵਾਲੇ 150 ਬੰਦਾ ਸੀ। ਪੁਲਿਸ ਉੱਥੇ ਕਿੰਨੀ ਤਾਇਨਾਤ ਸੀ? 4000। ਤੇ ਬੈਕਅਪ ਕਿੰਨੀ ਕਰ ਰਹੇ ਸੀ ਉਹਨਾਂ ਨੂੰ?
2000 ਔਰ ਉਹਨਾਂ ਨੇ ਆ ਕੇ ਬੀਬੀਆਂ ਨੂੰ ਕੁੱਟਿਆ। ਬੀਬੀਆਂ ਦਾ ਜਿਹੜਾ ਸੀਗਾ ਕੈਂਪ ਉਹਨੂੰ ਤਬਾਹ ਕੀਤਾ। ਰਣਜੀਤ ਸਿੰਘ ਨਾਂ ਦਾ ਇੱਕ ਬੰਦਾ ਜਦੋਂ ਉਹਨੂੰ ਉਤੇਜਿਤ ਕੀਤਾ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ, ਬਜ਼ੁਰਗਾਂ ਦੀਆਂ ਦਾੜੀਆਂ ਪੱਟੀਆਂ। ਕੌਣ ਕਿਹੜਾ ਜਵਾਨ ਮੁੰਡਾ ਜਿਹਦੇ 'ਚ ਖੂਨ ਹੈ ਉਹ ਕਿਵੇਂ ਚੱਲੂਗਾ? ਉਹ ਉਤੇਜਿਤ ਹੋਇਆ। ਅੰਮ੍ਰਿਤਧਾਰੀ ਸਿੰਘ ਹੈ, ਉਹਦੇ 'ਚ ਉਹ ਕਿਰਪਾਨ ਪਾਈ ਸੀ, ਉਹਨੇ ਕਿਰਪਾਨ ਆਪਣੀ ਹੱਥ 'ਚ ਫੜ ਲਈ, ਜਿਹੜੀ ਆਪਣੀ ਛੋਟੀ ਹੁੰਦੀ ਹੈ। ਉਹ ਇੱਕ ਥਾਣੇਦਾਰ ਉਹਨੂੰ ਫੜ ਕੇ ਲੈ ਕੇ ਜਾ ਰਿਹਾ, ਗੁੱਥਮ ਗੁੱਥਾ ਹੁੰਦਾ ਤੂੰ ਕਿਤੇ ਮਾੜੀ ਜੀ ਚੁੰਝ ਲੱਗ ਗਈ। ਉਸ ਮੁੰਡੇ ਨੂੰ ਢਾਹ ਕੇ ਜਿਸ ਢੰਗ ਨਾਲ ਕੁੱਟਿਆ ਜੀ, ਜਿਵੇਂ ਉਹਨੂੰ ਕੱਲਾ ਪੁਲਿਸ ਨੇ ਨਹੀਂ ਕੁੱਟਿਆ, ਉਹਨੂੰ ਆਰਐਸਐਸ ਦੇ ਗੁੰਡਿਆਂ ਸਾਹਮਣੇ ਕੁੱਟਿਆ ਔਰ ਉਸ ਬੰਦੇ ਨੂੰ ਸੁੱਟਿਆ। 2 ਤੀਜੀ ਫਿਰ ਜਿਹੜੀ ਹੈਗੀ ਹੈ ਘਟਨਾਕ੍ਰਮ ਹੋਇਆ ਸਿੰਘੂ ਆਪਣਾ ਗਾਜੀਪੁਰ ਬਾਰਡਰ ਦੇ ਉੱਤੇ। ਜਦੋਂ ਇਸ ਤਰ੍ਹਾਂ ਮਾਵਾਂ ਨੂੰ ਪੁੱਤ ਨਹੀਂ ਪਛਾਣਦੇ ਸੀ, ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ, ਥੋੜੇ ਜਿਹੇ ਬੰਦੇ ਰਹਿ ਗਏ ਗਾਜੀਪੁਰ ਬਾਰਡਰ ਤੇ, ਸਾਰੀ ਉਹਦੀ ਘੇਰਾਬੰਦੀ ਕਰ ਲਈ। ਦਿੱਲੀ ਦੀ ਪੁਲਿਸ ਪਹੁੰਚ ਗਈ ਟਕੈਤ ਸਾਹਿਬ ਨੂੰ ਫੜਨਾ ਸੀ ਔਰ ਟਕੈਤ ਸਾਹਿਬ ਨੇ ਉੱਥੇ ਇੱਕ ਪ੍ਰੈਸ ਕਾਨਫਰੰਸ ਕਰਤੀ, ਮੀਡੀਆ ਵਾਲੇ ਆ ਗਏ। ਟਕੈਤ ਸਾਹਿਬ ਆਪਦੀ ਗੱਲ ਕਰਦਿਆਂ ਭਾਵੁਕ ਹੋ ਗਏ और उन्होंने फिर जलील किया गोदी मीडिया ने। दानियालिया साहब देखो आप रो रहे हैं, आप रोते क्यों हैं? आपके रोने के कारण ये नहीं देखा कि ਉਹਦੇ ਅੰਦਰੋਂ ਦਰਦ ਝਲਕਦਾ ਹੈ। ਉਹ ਕਹਿੰਦਾ ਮੈਂ ਛੱਡ ਕੇ ਕਿਵੇਂ ਤੁਰ ਗਿਆ, ਉਹਦੀਆਂ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਲਹੂ ਨਿਕਲਦਾ ਸੀ। ਉਹ ਕਹਿੰਦਾ ਮੈਂ ਆਪਣੇ ਬੰਦਿਆਂ ਨੂੰ ਕਿਵੇਂ ਮਰਵਾ ਦਿਆਂ। ਟਕੈਤ ਇਹੀ ਕਹਿ ਰਿਹਾ ਸੀ ਵਾਰ-ਵਾਰ ਕਿ ਮੈਂ ਆਪਣੇ ਬੰਦਿਆਂ ਨੂੰ ਕਿਵੇਂ ਮਰਾਂ, ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾਊਂਗਾ, ਮੈਨੂੰ ਮਾਰ ਦਿਓ। ਜੇ ਮੇਰੇ ਬੰਦਿਆਂ ਦੇ ਉੱਤੇ ਕੋਈ ਤਸ਼ੱਦਦ ਕੀਤਾ ਤਾਂ ਮੈਂ ਆਪਣੇ ਆਪ ਖੁਦਕੁਸ਼ੀ ਕਰ ਲੂੰਗਾ ਜੀ। ਔਰ ਜਦੋਂ ਉਹਨੇ ਇਹ ਸੱਦਾ ਦਿੱਤਾ, ਉਹਦੀਆਂ ਅੱਖਾਂ ਦੇ ਵਿੱਚੋਂ ਦੇਖਿਆ ਕਿ ਉਹ ਬੰਦੇ ਦਾ ਭਾਵੁਕ ਹੋ ਗਿਆ ਤੇ ਪਾਣੀ ਨਿਕਲ ਰਿਹਾ ਹੈ, ਤੇ ਉਹਨੇ ਕਿਹਾ ਕਿ ਮੈਂ ਪਾਣੀ ਨਹੀਂ ਪੀਊਂਗਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਮੇਰੇ ਹਲਕੇ ਦੇ ਲੋਕ ਨਹੀਂ ਹੋਣਗੇ, ਮੇਰੇ ਪਿੰਡਾਂ ਦੇ ਲੋਕ ਨਹੀਂ ਹੋਣਗੇ। ਤੇ ਜਿਹੜੀ ਪੱਛਮੀ ਉੱਤਰ ਪ੍ਰਦੇਸ਼ ਹੈ, ਜਿਹਨੂੰ ਅਸੀਂ ਜਾਟਲੈਂਡ ਕਹਿੰਦੇ ਜਾਂ ਹਰਿਆਣੇ ਦਾ ਇਲਾਕਾ ਹੈ, ਅਵਾਲਾ ਖਾਦਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਰਾਤੋਂ ਰਾਤ ਆ ਗਏ ਤੇ ਪੁਲਿਸ ਪਿੱਛੇ ਹਟ ਗਈ, ਪੱਤਰੇ ਬਚ ਗਈ। ਔਰ ਅਗਲੇ ਦਿਨ ਮੁਜ਼ੱਫਰਨਗਰ ਦੇ ਵਿੱਚ ਕਿਸਾਨ ਪੰਚਾਇਤ ਹੁੰਦੀ ਹੈ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਾਣ ਦਾ ਫੈਸਲਾ ਹੋ ਗਿਆ। ਸ਼ੁੱਕਰਵਾਰ, ਸ਼ਨੀਵਾਰ, ਐਤਵਾਰ 3 ਮਹਾਂ ਪੰਚਾਇਤਾਂ ਹੋ ਚੁੱਕੀਆਂ ਯੂਪੀ ਬਿਹਾਰ 'ਚ ਵੀ ਹੋ ਗਈਆਂ ਜੀ। ਹਾਂ, ਤੁਸੀਂ ਪਹਿਲੀ ਹੁੰਦੀ ਹੈ ਮੁਜ਼ੱਫਰਨਗਰ, ਦੂਜੀ ਹੁੰਦੀ ਹੈ ਮਥੁਰਾ, ਤੀਜੀ ਕੱਲ ਹੋ ਗਈ ਬਾਗਪਤ ਜੀ। ਅਗਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਵਿੱਚ ਮਹਾਂ ਪੰਚਾਇਤਾਂ ਹੋ ਰਹੀਆਂ। ਮਿਸਟਰ ਸਾਂਗਵਾਨ ਜਿਹੜੇ ਚਰਖੀ ਦਾਦਰੀ ਤੋਂ ਜੀ MLA ਆਪਣੇ ਇਹਨਾਂ ਦੇ ਓਮਵੀਰ ਸਾਗਵਾਨ ਜਿਹੜੇ ਹੈਗੇ ਆਪਣੇ ਆਜ਼ਾਦ MLA ਸੀ, BJP ਦੀ ਹਮਾਇਤ ਕਰਦੇ ਸੀ, ਬੋਰਡ ਦੇ ਕਿਸੇ ਦੇ ਚੇਅਰਮੈਨ ਸੀ, ਉਹਨਾਂ ਨੇ ਅਸਤੀਫਾ ਦਿੱਤਾ। ਹਜ਼ਾਰਾਂ ਬੰਦਿਆਂ ਦਾ 10,000 ਗੱਡੀਆਂ ਲੈ ਕੇ ਕੱਲ ਉਹ ਪਹੁੰਚ ਗਏ ਤੁਹਾਡੇ ਟਿਕਰੀ ਬਾਰਡਰ ਤੇ। ਸੋ ਇਹਨੂੰ ਜਿਹੜਾ ਹੈਗਾ ਅੰਦੋਲਨ ਨੂੰ ਕੁਚਲਣ ਦਾ ਯਤਨ ਕੀਤਾ ਗਿਆ ਸੀ, ਲੇਕਿਨ ਅੰਦੋਲਨ ਦੇ ਵਿੱਚੋਂ ਨਿਕਲ ਕੇ ਆਇਆ ਇਹ ਤਾਂ ਇਹਨੂੰ ਅਸੀਂ ਕਹਾਂਗੇ ਕਿ ਲੋਕਾਂ ਦਾ ਅੰਦੋਲਨ ਹੈ। ਇਹ ਅੰਦੋਲਨ ਨੂੰ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਹੈ। ਟਕੈਤ ਸਾਹਿਬ ਨੇ ਬਹੁਤ ਬਾਖੂਬੀ ਗੱਲ ਕਹੀ ਹੈ ਕਿ ਇਸ ਬਹਾਨੇ ਸਰਦਾਰਾਂ ਨੂੰ ਤੇ ਪੰਜਾਬ ਨੂੰ ਨਿਖੇੜਨਾ ਚਾਹੁੰਦੇ ਸੀ। ਉਹਨੇ ਕਿਹਾ ਨਹੀਂ ਨਿਖੜਾਂਗੇ। ਹੁਣ ਜਿਹੜੀ ਸਟੇਟਮੈਂਟ ਆਈ ਹੈ ਟਕੈਤ ਸਾਹਿਬ ਦੀ, ਉਹ ਬੜੀ ਵਾਜਬ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਰੁਤਬਾ ਬਹੁਤ ਵੱਡਾ ਹੈ, ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਅਸੀਂ ਉਹਦੇ ਰੁਤਬੇ ਦਾ ਖਿਆਲ ਰੱਖਾਂਗੇ, ਲੇਕਿਨ ਕਿਸਾਨਾਂ ਦੇ ਹਿੱਤਾਂ ਨਾਲ ਵੀ ਸਮਝੌਤਾ ਨਹੀਂ ਹੋਊ। ਗੱਲਬਾਤ ਕਰਨ ਨੂੰ ਤਿਆਰ ਹਾਂ, ਗੱਲਬਾਤ ਜਿਹੜੀ ਹੈ ਸਤਿਕਾਰ ਨਾਲ ਹੋਵੇ, ਸ਼ਰਤਾਂ ਨਾਲ ਨਾ ਹੋਵੇ। ਜਿਹੜੇ ਸਾਡੇ ਮੁੰਡੇ ਗ੍ਰਿਫਤਾਰ ਕੀਤੇ ਹੈ ਉਹਨਾਂ ਮੁੰਡਿਆਂ ਨੂੰ ਸਭ ਨੂੰ ਰਿਹਾ ਕੀਤਾ ਜਾਵੇ, ਗੱਲਬਾਤ ਦਾ ਮਾਹੌਲ ਬਣਾਇਆ ਜਾਵੇ। ਗੱਲਬਾਤ ਅਸੀਂ ਕਰਾਂਗੇ, ਲੈ ਦੇ ਹੋ ਸਕਦੀ ਹੈ, ਥੋੜਾ ਬਹੁਤਾ ਅੱਗੇ ਪਿੱਛੇ ਹੋ ਸਕਦੀ ਹੈ। ਇਹਨੂੰ ਕਈ ਲੋਕ ਇਹਦੇ ਫਿਰ ਹੋਰ ਅਰਥ ਵੀ ਕੱਢਦੇ, ਉਹ ਵੀ ਹੋ ਸਕਦੇ ਨਹੀਂ, ਉਹ ਵੀ ਕੱਢਦੇ। ਵੈਸੇ ਸਰਕਾਰ ਵੱਲੋਂ ਵੀ ਇਹ ਯਤਨ ਕੀਤਾ ਜਾ ਰਿਹਾ। ਦਾਨੀਆਲੀਆ ਸਾਹਿਬ ਇੱਕ ਬੜੀ ਖਤਰਨਾਕ ਖੇਡੀ ਜਾ ਰਹੀ ਹੈ ਮੋਦੀ ਸਰਕਾਰ ਕਿ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ। ਹਾਂਜੀ, ਪੰਜਾਬ ਨੂੰ ਸਾਰੇ ਲੋਕਾਂ ਨੇ ਵੱਡਾ ਭਰਾ ਮੰਨਿਆ, ਬਿਲਕੁਲ ਮੰਨਿਆ। ਸਭ ਨੇ ਕਿਹਾ, ਮੈਨੂੰ ਇਹ ਕਹਿਣ ਦੇ ਵਿੱਚ ਭੋਰਾ ਪਰ ਗੁਰੇਜ਼ ਨਹੀਂ ਕਿ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ, ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਿੱਖਾਂ ਨੂੰ ਤੇ ਸਰਦਾਰਾਂ ਨੂੰ ਬਾਕੀ ਭਾਰਤ ਦੇ ਵਿੱਚ ਨਫ਼ਰਤ ਨਾਲ ਦੇਖਿਆ ਜਾਂਦਾ ਸੀ। ਜੇ ਕੋਈ ਨਫ਼ਰਤ ਨਹੀਂ ਸੀ ਕਰਦਾ ਤਾਂ ਸਾਡੇ ਤੇ ਇਤਵਾਰ ਨਹੀਂ ਕਰਦਾ ਸੀ। ਉਹ ਕਹਿੰਦੇ ਸੀ ਜੀ ਇਹ ਤਾਂ ਅੱਤਵਾਦੀ ਹੈ, ਇਹ ਵੱਖਵਾਦੀ ਹੈ। ਸਰਕਾਰ ਪ੍ਰਚਾਰ ਕਰ ਰਹੀ ਸੀ ਇਹ ਖਾਲਿਸਤਾਨੀ ਹੈ, ਇਹ ਮਾਓਵਾਦੀ ਹੈ। ਲੇਕਿਨ ਇਸ ਅੰਦੋਲਨ ਦੇ ਵਿੱਚ ਜਿਹੜੇ ਸਾਡੇ ਬਜ਼ੁਰਗਾਂ ਨੇ ਪਿੰਡੀ ਲੱਗ ਕੇ ਜਿਹੜਾ ਅੰਦੋਲਨ ਨੂੰ ਧੂਣਾ ਸ਼ੁਰੂ ਕੀਤਾ, ਉਹਦਾ ਨਤੀਜਾ ਕੀ ਹੋਇਆ ਕਿ ਸਾਰੇ ਦੇਸ਼ ਦੇ ਲੋਕ ਕਹਿਣ ਲੱਗੇ ਕਿ ਕਿਸਾਨਾਂ ਨਾਲ ਤਾਂ ਬੰਦੇ ਕੋਈ ਨਹੀਂ। ਔਰ ਇਹ ਕਹਿਣ ਲੱਗੇ ਕਿ ਜਿਹੜੀਆਂ ਗੱਲਾਂ ਇਹ ਕਰਦੇ ਆ, ਜਿੱਥੇ ਉੱਥੇ ਲੰਗਰ ਲੱਗੇ ਹੋਏ ਆ, ਉੱਥੇ ਕੋਈ ਊਚ ਨੀਚ ਦਾ ਭੇਦਭਾਵ ਹੀ ਖਤਮ, ਜਿਹੜੇ ਲੋਕਲ ਬੰਦੇ ਬੈਠੇ ਉਹਨਾਂ ਨੂੰ ਵੀ ਹੈ। ਹਰਿਆਣੇ ਤੇ ਰਾਜਸਥਾਨ ਦੇ ਲੋਕ ਵੀ ਕਹੀ ਗਏ ਯਾਰ ਜੇ ਇਹਨਾਂ ਨੂੰ ਖਾਲਿਸਤਾਨੀ ਕਹਿੰਦੇ ਤੇ ਫਿਰ ਅਸੀਂ ਵੀ ਖਾਲਿਸਤਾਨੀ ਜੀ। ਜੇ ਇਹੋ ਜਿਹਾ ਖਾਲਿਸਤਾਨ ਹੁੰਦਾ ਤਾਂ ਅਸੀਂ ਵੀ ਇਹਨਾਂ ਦੇ ਨਾਲ ਲੱਗ ਜਾਣੇ। ਲੇਕਿਨ ਤੁਸੀਂ ਇਹ ਦੇਖੋ ਕਿ ਜੇ ਟਕੈਤ ਦੀਆਂ ਅੱਖਾਂ 'ਚੋਂ 2 ਹੰਝੂ ਨਾ ਡਿੱਗਦੇ, ਜਿਵੇਂ ਸਾਡੇ ਇਸ ਅੰਦੋਲਨ ਨੂੰ ਕੁਝ ਲੋਕਾਂ ਨੇ ਸਾਬੋਤਾਜ ਕੀਤਾ ਸੀ, ਕੇਸਰੀ ਨਿਸ਼ਾਨ ਸਾਹਿਬ ਚੜਾ ਕੇ ਇਹਦੇ 'ਚ ਪੋਲੀਟਿਕਸ ਸਮਝੋ। ਇਹੀ ਪੋਲੀਟਿਕਸ ਨਰਿੰਦਰ ਮੋਦੀ ਦੀ ਹੈ ਕਿ ਇਹਨਾਂ ਨੂੰ ਇਹ ਦਿਖਾ ਕੇ, ਕਿਉਂਕਿ ਜਦੋਂ ਖਾਲਿਸਤਾਨ ਦੇ ਨਾਅਰੇ ਆਪਾਂ ਦੇਖਦੇ ਰਹੇ, ਇੰਦਰਾ ਗਾਂਧੀ ਵੇਲੇ ਵੀ ਲੱਗਦੇ ਰਹੇ, ਉਦੋਂ ਵੀ ਕਿਰਾਏ ਦੇ ਬੰਦਿਆਂ ਤੋਂ ਲਵਾਏ ਜਾਂਦੇ ਸੀ। ਯਾਦ ਹੋਊ ਪੁਰਾਣੇ ਬੰਦਿਆਂ ਨੂੰ, ਹੁਣ ਨਵੀਂ ਮੰਡੀਰ ਨੂੰ ਤਾਂ ਪਤਾ ਨਹੀਂ ਨਾ, ਨਵੇਂ ਮੁੰਡਿਆਂ ਨੂੰ ਤਾਂ ਪਤਾ ਨਹੀਂ, ਇਹਨਾਂ ਦੇ ਕਿਤਾਬਾਂ 'ਚ ਪੜ੍ਹੇ। ਜੇ ਪੁਰਾਣੇ ਬੰਦੇ ਯਾਦ ਸੁਣਦੇ ਹੋਣ ਤਾਂ ਮੈਂ ਇਹਨਾਂ ਨੂੰ ਯਾਦ ਕਰਾਉਣਾ। ਯਾਦ ਕਰੋ ਪਟਿਆਲੇ ਦਾ ਤੁਸੀਂ ਉਹ ਮੰਜ਼ਰ, ਜਦੋਂ ਮੰਦਰਾਂ ਦੇ ਵਿੱਚ ਗਾਈਆਂ ਦੀਆਂ ਪੂਛਾਂ ਤੇ ਉਹਨਾਂ ਦੀਆਂ ਸਿੰਘ ਸਿੱਟੇ ਗਏ ਸੀ।
ਯਾਦ ਕਰੋ ਮੰਜਰ ਜਦੋਂ ਗੁਰੂ ਘਰਾਂ ਦੇ ਵਿੱਚ ਸੀਸਗੰਜ ਆਪਣਾ ਜਿਹੜਾ ਗੁਰਦੁਆਰਾ ਸਾਹਿਬ ਹੈ ਦੁੱਖ ਨਿਵਾਰਨ ਸਾਹਿਬ ਔਰ ਬਾਕੀ ਗੁਰੂ ਘਰਾਂ ਦੇ ਵਿੱਚ ਸਿਰਗਟਾਂ ਤੇ ਬੀੜੀਆਂ ਦੇ ਬੰਡਲ ਸਿੱਟੇ ਗਏ ਸੀ, ਬੀੜੀਆਂ ਸਿੱਟੀਆਂ ਗਈਆਂ ਸੀ। ਕੀ ਸੀ ਇਹ ਧਾਰਮਿਕ ਲੋਕ ਹੈ, ਉਹਨਾਂ ਦੀ ਇੱਕ ਰਾਜਨੀਤੀ ਸੀ। ਇਹ ਉਦੋਂ ਕਾਂਗਰਸ ਦਾ ਰਾਜ ਸੀ, ਹੁਣ ਬੀਜੇਪੀ ਦਾ ਰਾਜ ਹੈ। ਇਹ ਮਤ ਭੁੱਲੋ ਕਿ ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੇ ਹੁਣ ਮੋਦੀ ਸਾਹਿਬ ਹੈ। ਇਸ ਗੱਲ ਨੂੰ ਯਾਦ ਰੱਖੋ ਕਿ ਸਟੇਟ ਕਿੱਡੀ ਖਤਰਨਾਕ ਹੁੰਦੀ ਹੈ। ਇਹ ਸਟੇਟ ਚਾਹੁੰਦੀ ਹੈ ਜੇ ਅਸੀਂ ਉਹਨਾਂ ਸਟੇਟ ਦੇ ਹੱਥਾਂ ਵਿੱਚ ਖੇਡਾਂਗੇ, ਅਸੀਂ ਸਟੇਟ ਦੀ ਪੋਲੀਟਿਕਸ ਨੂੰ ਫੋਲੋ ਕਰਾਂਗੇ, ਜੇ ਅਸੀਂ ਉਸ ਪੋਲੀਟਿਕਸ ਨੂੰ ਫੋਲੋ ਕਰਾਂਗੇ ਤਾਂ ਅਸੀਂ ਆਪਦਾ ਨੁਕਸਾਨ ਕਰਾਵਾਂਗੇ। ਸਾਡਾ ਨੁਕਸਾਨ ਹੋ ਰਿਹਾ ਸੀ। ਹੁਣ ਇਹ ਕਿਸਾਨ ਅੰਦੋਲਨ ਜਿਹੜਾ ਸੰਭਲ ਚੁੱਕੇ, ਇਹ ਕਿਸਾਨ ਅੰਦੋਲਨ ਜਿਹੜਾ ਹੈਗਾ ਜਿਹੜਾ ਮਾੜਾ ਟਾਈਮ ਸੀ ਨੇ ਉਹ ਕੱਢ ਲਿਆ। ਇਹਦੇ ਵਿੱਚੋਂ ਬੜੇ ਸਬਕ ਕੱਢੇ ਔਰ ਉਹਨਾਂ ਸਬਕਾਂ ਦੇ ਉੱਤੇ ਅਮਲ ਕੀਤੇ ਜਾ ਰਹੇ। ਤੇ ਹੁਣ ਦਿਨ ਬ ਦਿਨ ਦੇਖੋ ਤੁਸੀਂ ਕਿਵੇਂ ਜਾ ਰਹੇ ਆ। ਖਾਪ ਪੰਚਾਇਤਾਂ ਜਾ ਰਹੀਆਂ ਵੱਡੀ ਤਾਦਾਦ ਦੇ ਵਿੱਚ, ਪੰਜਾਬ ਦੇ ਵਿੱਚੋਂ ਘਰ ਤੋਂ ਬੰਦੇ ਜਾ ਰਹੇ ਹੈ। ਜੁਰਮਾਨਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਭਾਈਚਾਰਕ ਜੁਰਮਾਨੇ, ਕਿ ਜਿਹੜਾ ਨਹੀਂ ਦਿੰਦਾ ਭਾਈ ਉਹਨੂੰ ਜੁਰਮਾਨਾ ਕਰੋ। ਹਰ ਘਰ ਦਾ ਇੱਕ ਬੰਦਾ ਜਾਵੇ ਜਿਹੜਾ ਇਸ ਕਿਸਮ ਦਾ ਮਾਸ ਅੰਦੋਲਨ ਬਣ ਜੇ। ਇਸ ਮਾਸ ਅੰਦੋਲਨ ਨੂੰ ਤੋਪਾਂ ਨਾਲ ਨਹੀਂ ਉਡਾਇਆ ਜਾ ਸਕਦਾ। ਇਸ ਮਾਸ ਅੰਦੋਲਨ ਨੂੰ ਤੁਸੀਂ ਬੰਬਾਂ ਨਾਲ ਨਹੀਂ ਖਤਮ ਕਰ ਸਕਦੇ। ਬੰਦੇ ਲੋਕ ਖਤਮ ਹੋਣਗੇ, ਦੇਸ਼ ਨੂੰ ਖਤਮ ਕਰਨਾ ਕਰ ਦਿਓ। ਜੇ ਦੇਸ਼ ਖਤਮ ਕਰ ਦਿਓਗੇ ਤੇ ਨਾਲ ਕਿਸਾਨ ਚਲੇ ਜਾਣਗੇ। ਕਹਿੰਦੇ ਹੁੰਦੇ ਜਦੋਂ ਮੈਂ ਮਰ ਜਾਂਦੀ ਹੈ ਜੂਆਂ ਨਾਲ ਮਰਦੀਆਂ। ਉਹ ਤਾਂ ਬੇਸ਼ੱਕ ਹੋ ਜੇ, ਪਰ ਗੱਲ ਇਹ ਹੈ ਕਿ ਇਹ ਅੰਦੋਲਨ ਜਿਵੇਂ ਹੈਗਾ, ਕਿਉਂਕਿ ਮੈਨੂੰ ਇਸ ਗੱਲ ਦੀ ਬੜੀ ਸੰਤੁਸ਼ਟੀ ਹੋਈ ਕਿ ਇਸ ਅੰਦੋਲਨ ਨੂੰ ਸਿੱਖ ਅੰਦੋਲਨ ਬਣਾਉਣ ਦਾ ਯਤਨ ਕੀਤਾ ਸੀ, ਜੋ ਕੁਛ ਲਾਲ ਕਿਲ੍ਹੇ ਤੇ ਹੋਇਆ ਸੀ। ਪਰ ਧੰਨਵਾਦ ਹਰਿਆਣੇ ਵਾਲਿਆਂ ਦਾ, ਧੰਨਵਾਦ ਯੂਪੀ ਵਾਲਿਆਂ ਦਾ। ਜਦੋਂ ਧਾੜਾਂ ਦੀਆਂ ਧਾੜਾਂ ਆ ਗਈਆਂ, ਉਹਨਾਂ ਨੇ ਕਹਿਤਾ ਨਹੀਂ ਇਹ ਕਿਸਾਨ ਅੰਦੋਲਨ ਹੈ, ਇਹ ਕਿਸੇ ਭਾਈਚਾਰੇ ਇੱਕ ਦਾ ਨਹੀਂ। ਜਿਨ੍ਹਾਂ ਭਰਾਵਾਂ ਨੇ ਖਾਲਿਸਤਾਨ ਬਣਾਉਣੇ ਉਹ ਆਪਦੀ ਜਥੇਬੰਦੀ ਬਣਾਉਣ, ਅਸੀਂ ਉਹਨਾਂ ਨੂੰ ਦੇ ਦਾਂਗੇ ਸਮਰਥਨ। ਜੋ ਉਹ ਬਣਾਉਣ, ਅਸੀਂ ਭਾਰਤ ਦੇ ਸੰਵਿਧਾਨ ਵਿੱਚ ਲਿਖਿਆ ਕਿ ਪੁਰਅਮਨ ਰਹਿ ਕੇ ਤੁਸੀਂ ਖਾਲਿਸਤਾਨ ਲੈ ਸਕਦੇ ਹੋ, ਲੈ ਲਓ। ਲੇਕਿਨ ਕਿਸਾਨਾਂ ਦੇ ਅੰਦੋਲਨ ਨੂੰ ਹਾਈਜੈਕ ਕਿਉਂ ਕਰਦੇ? ਢਾਈ ਟੋਟਰੂ। ਜਦੋਂ ਢਾਈ ਟੋਟਰੂ ਆ ਕੇ ਖਾਲਿਸਤਾਨ ਨੂੰ ਹਾਈਜੈਕ ਕਰਨਾ ਚਾਹੁੰਦੇ, ਇਹ ਬਰਦਾਸ਼ਤ ਨਹੀਂ ਹੁੰਦਾ। ਕਿਸਾਨ ਜਿਨ੍ਹਾਂ ਨੇ ਐਡੀ ਵੱਡੀ ਜਿਹੜੀ ਐਜੀਟੇਸ਼ਨ ਚੱਲੀ ਹੈ, ਉਹ ਐਜੀਟੇਸ਼ਨ ਨੂੰ ਸਾਬੋਤਾਜ ਕਰਨ, ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਜੀ ਟੋਲਾ ਸਾਹਿਬ, ਬਿਲਕੁਲ। ਤੇ ਹੁਣ ਕਹਿੰਦੇ ਵੀ ਜਿਹੜਾ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕੱਲ੍ਹ ਵੀ ਉਹਨਾਂ ਨੇ ਕਿਹਾ ਸੀਗਾ ਵੀ one phone call away ਫਾਰਮਰਸ ਮੀਟਿੰਗ, ਕਹਿੰਦੇ ਵੀ ਹੁਣ ਕਹਿੰਦੇ ਸਰਬ ਪਾਰਟੀ ਮੀਟਿੰਗ ਸੱਦ ਰਹੇ ਨੇ। ਕੀ ਰਹਿ ਸਕਦਾ? ਨਹੀਂ, ਸਰਬ ਪਾਰਟੀ ਮੀਟਿੰਗ ਪ੍ਰਧਾਨ ਮੰਤਰੀ ਸਾਹਿਬ ਨਹੀਂ ਸੱਦ ਰਹੇ ਜੀ, ਇਹ ਪੰਜਾਬ ਸੱਦ ਰਹੇ। ਅੱਛਾ, ਪੰਜਾਬ ਸੱਦ ਰਹੇ। ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਕੱਲ੍ਹ ਕੁਛ ਗੱਲਾਂ ਹੋਰ ਹੀ ਕਹੀਆਂ ਸੀ, ਆਪਾਂ ਬਾਅਦ ਚ ਲੈਂਦੇ ਅਗਲੀ ਖਬਰ ਦੇ ਵਿੱਚ। ਪੰਜਾਬ ਦੇ ਮੁੱਖ ਮੰਤਰੀ ਨੇ ਜੋ ਦਿੱਲੀ 'ਚ ਘਟਨਾਕ੍ਰਮ ਹੋਇਆ, ਜੀ ਚਾਹੇ ਤੁਸੀਂ ਲੈ ਲਓ ਕਿਸਾਨ ਅੰਦੋਲਨ ਦੇ ਉੱਤੇ ਜਿਹੜਾ ਲਾਠੀ ਚਾਰਜ ਹੋਇਆ, ਉਹਨਾਂ ਨੂੰ ਪੁੱਠੇ ਰਾਹ ਪਾਇਆ। ਲਾਲ ਕਿਲ੍ਹੇ ਦੀਆਂ ਘਟਨਾਵਾਂ ਕਿਵੇਂ ਹੋਈਆਂ, ਕਿਵੇਂ ਉਧਰ ਲੈ ਕੇ ਗਏ, ਆਪਾਂ ਸਾਰੀ ਗੱਲ ਕਰ ਚੁੱਕੇ ਹਾਂ। ਇਹ ਸਾਰੀ ਚੀਜ਼ ਇੱਕ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ। ਕਰਵਾਈ ਕਿਹਨੇ? ਦਿੱਲੀ ਦੇ ਵਿੱਚ ਜੇ ਕੁਛ ਹੋਊ ਤਾਂ ਇਹ ਹੋਮ ਮਿਨਿਸਟਰੀ ਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦਾ। ਇਸ ਸਾਰੇ ਮਾਮਲੇ ਨੂੰ ਵਿਚਾਰਨ ਵਾਸਤੇ ਤੇ ਕਿਸਾਨਾਂ ਨੂੰ ਕਿਹੜੇ ਪਾਸੇ ਜਿਹੜੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਮਦਦ ਪ੍ਰੋਵਾਈਡ ਕੀਤੀ ਜਾਵੇ, ਕਿਉਂਕਿ ਠੀਕ ਹੈ ਟਕੈਤ ਸਾਹਿਬ ਉੱਥੇ ਬੈਠੇ, ਲੇਕਿਨ ਦਾਨੀਵਾਲ ਸਾਹਿਬ ਇੱਕ ਖਤਰਨਾਕ ਗੱਲ ਨੋਟ ਕਰ ਲਓ। ਜਿਹੜਾ ਅੰਦੋਲਨ ਪਹਿਲਾਂ ਪੰਜਾਬੀਆਂ ਦੀ ਸ਼ਾਨ ਵਧਾਉਂਦਾ ਸੀ, ਹੁਣ ਯਤਨ ਇਹ ਹੋ ਰਿਹਾ ਹੈ ਕਿ ਪੰਜਾਬੀਆਂ ਨੂੰ ਪਾਸੇ ਕੱਢ ਕੇ ਸਿੱਖਾਂ ਨੂੰ ਪਾਸੇ ਕੱਢ ਕੇ ਤੇ ਜਿਹੜਾ ਹੈਗਾ ਅੰਦੋਲਨ ਆਪਣਾ ਗਾਜੀਪੁਰ ਬਾਰਡਰ ਬਣਾਇਆ ਜਾਵੇ। ਗਾਜੀਪੁਰ ਬਾਰਡਰ ਨੂੰ ਬਣਾਇਆ ਜਾਵੇ। ਗਾਜੀਪੁਰ ਬਾਰਡਰ ਬਣਾ ਕੇ ਉੱਥੇ ਨੌਨ ਪੰਜਾਬੀਆਂ ਨੂੰ ਉਭਾਰ ਕੇ ਉਹਦੇ ਵਿੱਚ ਫਿਰ RSS ਦੇ ਬੰਦੇ ਬਾੜੇ ਜਾਣ, ਉਹਦੇ ਵਿੱਚ ਫਿਰ ਜੋਗੀ ਸਾਹਿਬ ਨੂੰ ਲਿਆਂਦਾ ਜਾਵੇ ਤੇ ਉਸ ਅੰਦੋਲਨ ਨੂੰ ਉਸ ਤਰ੍ਹਾਂ ਕੀਤਾ ਜਾਵੇ। ਤੁਸੀਂ ਦੇਖੋ ਯੂਪੀ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਉਹ ਪੋਲੀਟੀਕਲ ਲੀਡਰਸ਼ਿਪ ਕਿਸਾਨਾਂ ਦੀ ਮਦਦ ਤੇ ਆਈ। ਸਾਡੇ ਕਿਸਾਨਾਂ ਨੇ ਆਪਣੀ ਜਿਹੜਾ ਹੈਗਾ ਅੰਦੋਲਨ ਨੂੰ ਵੜ ਨਹੀਂ ਦਿੱਤਾ ਸੀ। ਉੱਥੇ ਸਾਰੇ ਸੁਖਬੀਰ ਵੀ ਜਾਇਆ, ਬਾਜਵਾ ਵੀ ਜਾਇਆ, ਤੁਹਾਡਾ ਇਹ ਵੀ ਜਾਇਆ, ਚੌਟਾਲਾ ਵੀ ਅਬੇ ਵੀ ਜਾਇਆ। ਲੇਕਿਨ ਸਾਡੇ ਮਤਲਬ ਹੁਣ ਸੋਚਣਾ ਚਾਹੀਦਾ, ਹੁਣ ਇਹ ਮਕਾਮ ਉਹ ਆ ਗਿਆ ਕਿ ਕਿਸਾਨ ਇਕੱਲੇ ਲੜਾਈ ਨਹੀਂ ਜਿੱਤ ਸਕਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਪੋਲੀਟੀਕਲ ਮਦਦ ਨਹੀਂ ਮਿਲਦੀ। ਪੋਲੀਟੀਕਲ ਮਦਦ ਲੈਣੀ ਚਾਹੀਦੀ ਹੈ। ਪੋਲੀਟੀਕਲ ਬੰਦਿਆਂ ਨੂੰ ਕਦੇ ਬੋਲੋ ਨਾ, ਸਾਡੇ ਆ ਕੇ ਤੁਸੀਂ ਸਿਆਸੀ ਰੋਟੀਆਂ ਨਾ ਸੇਕ ਸਕੋ। ਜੇ ਤੁਸੀਂ ਮਦਦ ਕਰਦੇ ਤਾਂ ਕਰੋ। ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਦਾ ਇਹ ਇੱਕ ਸਿਆਣਾ ਫੈਸਲਾ ਹੈ। ਕੱਲਾ ਮੁੱਖ ਮੰਤਰੀ ਕੱਖ ਨਹੀਂ ਕਰ ਸਕਦਾ, ਕੱਲੀ ਕਾਂਗਰਸ ਪਾਰਟੀ ਕੱਖ ਨਹੀਂ ਕਰ ਸਕਦੀ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ, ਇੱਥੇ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ, 100 ਸਾਲਾ। ਆਮ ਆਦਮੀ ਪਾਰਟੀ ਵੀ 6-7 ਸਾਲ ਪੁਰਾਣੀ ਪਾਰਟੀ ਹੈ, ਉਹ ਵੀ ਹੈਗੀ ਹੈ। ਇੱਥੇ ਨਿੱਕੀਆਂ ਕਮਿਊਨਿਸਟ ਪਾਰਟੀਆਂ ਵੀ ਹੈਗੀਆਂ। ਇੱਥੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਹੈਗੀਆਂ। ਇੱਥੇ ਵਿਅਕਤੀਗਤ ਤੌਰ ਤੇ ਇਕੱਲੇ ਬੰਦੇ ਵੀ ਹੈਗੇ ਜਿਨ੍ਹਾਂ ਦੇ ਨਾਂ ਹੈ। ਧਰਮਵੀਰ ਗਾਂਧੀ ਨੂੰ ਤੁਸੀਂ ਕਿਵੇਂ ਇਗਨੋਰ ਕਰੋ? ਕਿਵੇਂ ਨਹੀਂ ਕਰ ਸਕਦੇ? ਠੀਕ ਹੈ ਨਾ। ਤੁਸੀਂ ਕਿਵੇਂ ਉਹਨਾਂ ਸ਼ਖਸੀਅਤਾਂ ਨੂੰ ਡਾਕਟਰ ਜਿਹੜੇ ਹੈਗੇ ਆਪਣੇ ਗੁਰਦਰਸ਼ਨ ਸਿੰਘ ਢਿੱਲੋਂ, ਹਿਸਟੋਰੀਅਨ ਨੇ, ਤੁਸੀਂ ਇਹਨਾਂ ਲੋਕਾਂ ਨੂੰ ਕਿਵੇਂ ਕਰੋਗੇ? ਇਹਨਾਂ ਬੰਦਿਆਂ ਦੀ ਇਕੱਲੇ ਆਪਣੇ ਆਪ 'ਚ ਸੰਸਥਾਵਾਂ ਬਿਲਕੁਲ ਹੈਗੇ। ਇਹਨਾਂ ਸਾਰੇ ਲੋਕਾਂ ਦੀ ਮਦਦ ਲੈ ਕੇ ਅਸੀਂ ਅੰਦੋਲਨ ਨੂੰ ਅੱਗੇ ਲੈ ਸਕਦੇ। ਔਰ ਮੈਂ ਇੱਕ ਹੋਰ ਬੇਨਤੀ ਕਰੂੰਗਾ ਪੰਜਾਬ ਦੀ ਰਾਜਸੀ ਜਮਾਤ ਨੂੰ, ਕੈਪਟਨ ਸਾਹਿਬ ਵੀ ਉਹਨਾਂ ਦੇ ਵਿੱਚ ਆਉਂਦੇ,
ਕਿ ਕੈਪਟਨ ਸਾਹਿਬ ਇਸ ਅੰਦੋਲਨ ਜਿਹੜੀ ਤੁਸੀਂ ਕੱਲ ਮੀਟਿੰਗ ਬੁਲਾਈ ਹੈ ਜੀ, ਇਸ ਮੀਟਿੰਗ ਨੂੰ ਸਿਰਫ ਤੇ ਸਿਰਫ ਰਾਜਸੀ ਲਾਹਾ ਲੈਣ ਵਾਸਤੇ ਨਾ ਇਸਤੇਮਾਲ ਕਰੋ ਕਿ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਬੁਲਾ ਲਈ ਤੇ ਤੁਸੀਂ ਉੱਥੇ ਆਪਦੇ ਸਾਰਿਆਂ ਨੂੰ ਨਾਲ ਲਓ ਜੀ। ਤੁਸੀਂ ਜੇ ਕੈਪਟਨ ਅਮਰਿੰਦਰ ਸਿੰਘ ਕੱਲ ਜਿਹੜੀ ਸਰਬ ਪਾਰਟੀ ਮੀਟਿੰਗ ਹੈ ਉਹਦੇ ਵਿੱਚ ਇਹ ਸਲੋਗਨ ਦੇ ਦੇਣ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਮੇਰੇ ਨਾਲ ਆਵੇ, ਸੁਖਦੇਵ ਸਿੰਘ ਢੀਂਡਸਾ ਵੀ ਮੇਰੇ ਨਾਲ ਆਵੇ, ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਹੈ ਭਗਵੰਤ ਮਾਨ ਆਵੇ, ਅਸੀਂ ਸਾਰੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲ ਜਾਂਦੇ ਹਾਂ ਜੀ, ਅਸੀਂ ਗ੍ਰਹਿ ਮੰਤਰੀ ਕੋਲ ਜਾਂਦੇ ਹਾਂ। ਜੇ ਜਾਣ ਤਾਂ ਉੱਥੋਂ ਇਹ ਪਤਾ ਲੱਗੂ ਕਿ ਪੰਜਾਬ ਆ ਗਿਆ। ਇਹਨੂੰ ਕਾਂਗਰਸ ਜਾਂ ਅਕਾਲੀ ਦਲ ਦਾ ਨਾ ਹੁਣ ਰਹਿਣ ਦਿਓ। ਜਿਵੇਂ ਕਿਸਾਨਾਂ ਨੇ ਸਮੁੱਚੀ ਕਿਸਾਨੀ ਉੱਠ ਕੇ ਤੁਰੀ ਹੈ ਉਵੇਂ ਜਿਵੇਂ ਤੁਸੀਂ ਵੀ ਤੁਰੋ। ਪੋਲੀਟੀਕਲ ਲੀਡਰਸ਼ਿਪ ਜੇ ਤੁਰੂਗੀ ਵਧੀਆ ਗੱਲ ਹੈ। ਜੇ ਕਾਂਗਰਸ ਦੇ ਕੁਝ ਪਾਰਲੀਮੈਂਟ ਦੇ ਮੈਂਬਰ ਜੰਤਰ ਮੰਤਰ ਦੇ ਵਿੱਚ ਬੈਠੇ ਹੈ ਉਹ ਇਕੱਲੇ ਬੈਠੇ ਹੈ, ਕਾਸ਼ ਉਹਨਾਂ ਦੇ ਨਾਲ ਜੇ ਅਕਾਲੀ ਦਲ ਵਾਲੇ ਬੈਠੇ ਹੁੰਦੇ, ਜੇ ਰਵਨੀਤ ਬਿੱਟੂ ਹੋਰਾਂ ਦੇ ਨਾਲ ਬਲਵਿੰਦਰ ਸਿੰਘ ਭੁੰਦਰ ਵੀ ਬੈਠਾ ਹੁੰਦਾ ਕਿੱਡੀ ਵਧੀਆ ਗੱਲ ਸੀ। ਨਰੇਸ਼ ਗੁਜਰਾਲ ਬੈਠਾ ਹੁੰਦਾ ਕਿੱਡੀ ਵੱਡੀ ਗੱਲ ਸੀ। ਇਹ ਤਾਂ ਪਤਾ ਚੱਲਿਆ ਵੀ ਕਹਿੰਦੇ ਪਿੱਛੇ ਪੱਤਰੇ ਲੁਕਾਉਣ ਲੱਗ ਪਏ ਸੀ। ਆਹੀ ਤਾਂ ਰੌਲਾ ਨਾ ਜੀ, ਪੱਤਰੇ ਕਾਹਦੀ ਖਤਰ ਲੁਕਾਉਣੀ ਹੋ, ਪੱਤਰੇ ਕਾਹਦੀ ਖਤਰ ਲੁਕਾਉਣੀ ਹੁਣ ਇੱਥੇ ਵੀ ਫਿਰ ਮੈਨੂੰ ਫੇਰ ਡਰ ਲੱਗਦਾ ਹੈ ਕਿ ਫਿਰ ਇੱਥੇ ਕੁਝ ਅੰਦਰ ਖਾਤੇ ਹੋ ਰਿਹਾ ਕਿਉਂਕਿ ਤੁਸੀਂ ਇਹ ਦੇਖੋ ਕੁਝ ਦਿਨ ਪਹਿਲਾਂ ਪੱਤਰਕਾਰਾਂ ਨੇ ਸਹਿਬਨ ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੁੱਛ ਲਿਆ ਸੀ ਕਿ ਜਥੇਦਾਰ ਸਾਹਿਬ ਕਿਸਾਨ ਅੰਦੋਲਨ ਹੈ, ਤੁਸੀਂ ਇਹਦੇ ਬਾਰੇ ਕੁਝ ਉਚਰੋ। ਤੇ ਜਥੇਦਾਰ ਸਾਹਿਬ ਨੇ ਕੀ ਕਿਹਾ ਸੀ, ਇਹ ਧਾਰਮਿਕ ਮਾਮਲਾ ਨਹੀਂ, ਅਕਾਲ ਤਖਤ ਇਹ ਪੋਲੀਟੀਕਲ ਜਾਂ ਕਿਸਾਨਾਂ ਦਾ ਮਾਮਲਾ, ਕਿਸਾਨਾਂ ਤੱਕ ਰਹਿੰਦੇ ਹੋ, ਅਕਾਲ ਤਖਤ ਸਾਹਿਬ ਦੀ ਇਹਦੇ 'ਚ ਦਖਲਅੰਦਾਜ਼ੀ ਬਣਦੀ ਨਹੀਂ ਜੀ। ਪਰ 2 ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਟੇਟਮੈਂਟ ਆ ਗਈ, ਥੋੜਾ ਜਿਹਾ ਤੁਸੀਂ ਪਿੱਛੇ ਹਟ ਜਾਓ, ਥੋੜਾ ਜਿਹਾ ਪਿੱਛੇ ਤੁਸੀਂ ਹਟ ਜਾਓ, ਤੁਸੀਂ ਅਲੱਗ-ਅਲੱਗ ਕਰ ਲਓ। ਇਹ ਐਵੇਂ ਨਹੀਂ ਆ ਗਈ। ਇਹ ਹੁਣ ਜਿਹੜੀ ਉਹ ਤੁਸੀਂ ਇਸ਼ਾਰਾ ਕਰਤਾ ਨਾ ਵੀ ਉਹ ਜਿਹੜੇ ਫੱਟੀ ਸੀ ਹਾਂ ਜਿਹਦੇ ਤੇ ਸੀ ਕਾਲੇ ਕਾਨੂੰਨ ਵਾਪਸ ਲਓ, ਜਿਹੜੀ ਉਹ ਜਦੋਂ ਚੱਡਿਆਂ 'ਚ ਲਈ ਆ ਉਹ ਚਲੋ ਕਾਹਨੂੰ ਆਪਾਂ ਇੰਨੇ ਸਖਤ ਸ਼ਬਦ ਨਾ ਵਰਤੀਏ। ਜਦੋਂ ਤੋਮਰ ਸਾਹਿਬ ਆ ਗਏ, ਜਿਵੇਂ ਜਿਵੇਂ ਤੋਮਰ ਸਾਹਿਬ ਕਦਮ ਬਾਅਦ ਜੋ ਨਾਲ ਦੀ ਨਾਲ ਹੀ ਹੱਥ ਪਛਾਣ ਨੂੰ ਜਾਂਦਾ ਸੀ ਵੀ ਕਿਤੇ ਉਹ ਦੇਖ ਨਾ ਲੈ ਲੈਣ, ਉੱਥੋਂ ਲੱਗਦਾ ਇਹ ਹੈ ਕਿ ਅੰਦਰ ਖਾਤੇ ਤੈਅ ਹੋਏ ਵੀ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਿੱਚ ਪਾ ਲਓ ਵੀ ਇਹ ਕੀ ਹੈ। ਕਿਉਂਕਿ ਹੁਣ ਜਿੱਥੇ ਗੱਲ ਪਹੁੰਚ ਗਈ ਨਾ, ਤੁਸੀਂ ਨਾਲ ਇੱਕ ਹੋਰ ਦੇਖੋ ਕਿ ਜਿੱਦਾਂ ਦੀ ਇਹ ਮੂਵਮੈਂਟ ਚੱਲੀ ਹੈ 6 ਮਹੀਨੇ ਹੋ ਗਏ ਜੀ, 2 ਮਹੀਨੇ ਤਾਂ ਦਿੱਲੀ ਬੈਠੇ, 4 ਮਹੀਨੇ ਤੇ ਜੂਨ ਮਹੀਨੇ ਤੇ ਚੱਲੇ, ਜੂਨ ਦੀ ਚੱਲੀ ਵੀ ਹੈ, ਜੂਨ ਦੀ ਚੱਲੀ ਹੈ, 6 ਤੋਂ ਉੱਤੇ ਟੱਪ ਗਏ ਜੀ। ਹਾਂਜੀ ਹਾਂਜੀ, ਉਹ ਤੁਸੀਂ ਦੇਖੋ ਇਸ ਸਾਰੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਸ਼ਬਦ ਨਹੀਂ ਕਿਹਾ। ਕੱਲ ਵੀ ਮਨ ਕੀ ਬਾਤ ਕੀਤੀ, ਮਨ ਕੀ ਬਾਤ ਦੇ ਵਿੱਚ ਇਹ ਤਾਂ ਗੱਲ ਕਹਿਤੀ ਪ੍ਰਧਾਨ ਮੰਤਰੀ ਨੇ ਵੀ ਮਾੜਾ ਹੋਇਆ ਜੀ, ਮਾੜਾ ਹੋਇਆ, ਪਰ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨ ਐਜੀਟੇਸ਼ਨ ਬਾਰੇ ਨਹੀਂ ਕਿਹਾ ਜਿਹੜੀ ਹੁਣ ਤੁਸੀਂ ਗੱਲ ਕਹਿੰਦੇ ਹੋ। ਇਹ ਕਹਿਤੀ ਸੀ ਕਿ ਇੱਕ ਟੈਲੀਫੋਨ ਕਾਲ ਦੀ ਦੂਰੀ ਹੈ, ਇਹ ਤੋਂ ਬਾਅਦ ਤੱਕ ਕੱਖ ਵੀ ਨਹੀਂ। ਇਹ ਜੇ ਪ੍ਰਧਾਨ ਮੰਤਰੀ ਬੋਲਣ ਵਾਸਤੇ ਮਜਬੂਰ ਹੋ ਗਿਆ ਤਾਂ ਪ੍ਰਧਾਨ ਮੰਤਰੀ ਨੂੰ ਇਹ ਪਤਾ ਲੱਗ ਗਿਆ ਕਿ ਇਹ ਡਾਢੇ ਇਹ ਡਾਢੇ। ਅੱਜ ਦਾਨੇਲੀਆ ਸਾਹਿਬ ਮੈਨੂੰ ਇੱਕ ਸਰਦਾਰ ਸਾਹਿਬ ਦਾ ਫੋਨ ਆਇਆ, ਪੰਜਾਬ ਦੇ ਉਮਰ ਹੈ ਉਹਨਾਂ ਦੀ 75 ਸਾਲ, ਰਹਿੰਦੇ ਆ ਉਹ ਬੰਬੇ, ਉਹ ਜੁਆਇੰਟ ਮੇਰਾ ਖਿਆਲ ਹੈ ਡਾਇਰੈਕਟਰ ਵਗੈਰਾ ਇਨਕਮ ਟੈਕਸ ਦੇ ਰਿਟਾਇਰ ਹੋਏ, IRS ਹੈ ਕੁਛ ਇਹ ਜਿਹਾ ਸ਼ਬਦ ਸੀ ਉਹਨਾਂ ਦਾ। ਮੈਨੂੰ ਫੋਨ ਆਇਆ, ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਗੱਲ ਨੋਟ ਕਰ ਲਓ, ਕਹਿੰਦੇ ਬਹੁਤ ਸਾਰੇ ਲੋਕਾਂ ਨੂੰ ਮੈਂ ਸੁਣਦਾ ਪਰ ਮੈਂ ਹਰੇਕ ਬੰਦੇ ਨਾਲ ਗੱਲ ਨਹੀਂ ਕਰਦਾ, ਮੈਂ ਤੁਹਾਡੇ ਨਾਲ ਗੱਲ ਕਰਦਾ ਕਿਉਂਕਿ ਤੁਸੀਂ ਗੱਲ ਨੂੰ ਸਮਝਦੇ ਹੋ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਆਪਾਂ ਨੂੰ ਇੰਨੇ ਯੋਗ ਸਮਝਿਆ ਜੀ। ਉਹਨਾਂ ਨੇ ਕਿਹਾ ਸਰਦਾਰ ਸਾਹਿਬ ਨੇ ਕਿ ਤੁਸੀਂ ਇਹਨੂੰ ਇਕੱਲਾ ਜੱਟ ਅੰਦੋਲਨ ਨਾ ਰਹਿਣ ਦਿਓ। ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਕਿੰਨੀਆਂ ਜਾਤਾਂ ਹੈ। ਬਿਲਕੁਲ ਜੀ, ਮੈਂ ਤਾਂ ਪਹਿਲੇ ਦਿਨ ਤੋਂ ਕਹੀ ਗਿਆ ਹਾਂ ਕਿੰਨੀਆਂ ਜਾਤਾਂ, ਕਿੰਨਾ ਸਿਲਸਿਲਾ ਹੈ। ਉਹ ਕਹਿੰਦੇ ਵੀ ਤੁਸੀਂ ਆਪਣੇ ਆਪ ਜਿਹੜਾ ਪੰਜਾਬ ਦਾ ਨੁਕਸਾਨ ਨਾ ਕਰੋ, ਇਹਨੂੰ ਸਾਰੇ ਦੇ ਸਾਰੇ ਨੂੰ ਲੈ ਕੇ ਕਿਤੇ ਇੱਕ ਪਾਸੇ ਜੱਟ ਅੰਦੋਲਨ ਹੋ ਗਿਆ, ਦੂਜੇ ਪਾਸੇ ਫਿਰ ਪੰਡਤ ਅੰਦੋਲਨ ਹੋ ਗਿਆ, ਫਿਰ ਉੱਥੇ ਜਿਹੜਾ ਪੰਜਾਬੀਅਤ ਦਾ ਅੰਦੋਲਨ ਹੈ, ਜਿਹੜਾ ਸਿੱਖੀ ਦਾ ਅੰਦੋਲਨ ਹੈ, ਉਹ ਤਾਂ ਤੁਹਾਡਾ ਖਤਮ ਹੋ ਜਾਣਾ। ਮੈਂ ਸਿੱਖੀ ਦਾ ਅੰਦੋਲਨ ਕਿਉਂ ਕਿਹਾ ਕਿ ਮੈਂ ਇਹ ਕਿਹਾ ਵੀ ਪੰਜਾਬ ਦੇ ਵਿੱਚ ਬਹੁਤ ਗਿਣਤੀ ਸਿੱਖ ਹੈ ਬਿਲਕੁਲ। ਇੱਥੇ ਜਿਹੜੇ ਕਿਸਾਨ ਹੈ, ਜੇ ਕਿਸਾਨੀ ਦਾ ਅੰਦੋਲਨ ਹੈ ਤਾਂ ਉਹਦੇ ਨਾਲ ਵੀ ਸਿੱਖੀ ਪ੍ਰਭਾਵਿਤ ਹੁੰਦੀ ਹੈ ਬਿਲਕੁਲ। ਉਹ ਪੋਜ਼ੀਟਿਵ ਹੈ ਚਾਹੇ ਨੈਗੇਟਿਵ ਹੈ। ਜੇ ਨੁਕਸਾਨ ਹੁੰਦਾ ਕਿਸਾਨੀ ਦਾ, ਸਿੱਖੀ ਦਾ ਨੁਕਸਾਨ ਹੁੰਦਾ। ਜੇ ਫਾਇਦਾ ਕਿਸਾਨੀ ਨੂੰ ਮਿਲਦਾ ਤਾਂ ਉਹ ਸਿੱਖੀ ਨੂੰ ਮਿਲਦਾ। ਜੇ ਸਾਡੇ ਕੋਲੇ 4 ਪੈਸੇ ਹੋਣਗੇ ਫੇਰ ਹੀ ਅਸੀਂ ਆਪਣੀ ਲੰਗਰ ਚਲਾਵਾਂਗੇ, ਚੈਰਿਟੀ ਚਲਾਵਾਂਗੇ, ਚੈਰਿਟੀ 'ਚ ਅਸੀਂ ਲੰਗਰ ਵੀ ਚਲਾਵਾਂਗੇ, ਅਸੀਂ ਐਜੂਕੇਸ਼ਨਲ ਸੰਸਥਾਵਾਂ ਵੀ ਚਲਾਵਾਂਗੇ। ਤੁਸੀਂ ਇਹ ਦੇਖੋ DAV ਕਾਲਜ ਦੇਖ ਲਓ, ਤੁਸੀਂ ਕ੍ਰਿਸਚੀਅਨਾਂ ਦੇ ਕਾਲਜ ਦੇਖ ਲਓ, ਉਹਨਾਂ ਦੇ ਮੈਡੀਕਲ ਕਾਲਜ ਦੇਖ ਲਓ। ਸਾਡੇ ਕੋਲੇ ਕੀ ਹੈ? ਸਾਡੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਰੂਰ ਹੈ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਾਂ ਦੇਖੀ ਜਾਂਦੇ ਜੋ। ਸੋ ਕੁੱਲ ਮਿਲਾ ਕੇ ਜਿਹੜੀ ਕੱਲ ਦੀ ਮੀਟਿੰਗ ਹੈ ਬੁਲਾਈ ਆਲ ਪਾਰਟੀ ਮੀਟਿੰਗ, ਇਸ ਆਲ ਪਾਰਟੀ ਮੀਟਿੰਗ ਦੀ ਭਾਵਨਾ ਜਿਹੜੀ ਹੈ ਜੀ, ਇਹਦੀ ਭਾਵਨਾ ਵੀ ਸ਼ੁੱਧ ਹੋਣੀ ਚਾਹੀਦੀ ਹੈ ਤੇ ਇਹਦੇ ਰਿਜ਼ਲਟ ਵੀ ਸ਼ੁੱਧ ਹੋਣੇ ਚਾਹੀਦੇ ਜੀ। ਪਰ ਮੈਂ ਇੱਕ ਚੀਜ਼ ਹੈਰਾਨ ਹਾਂ ਢਿੱਲੋਂ ਸਾਹਿਬ, ਦੇਖੋ ਮੁੱਦਾ ਬੜਾ ਜਿਵੇਂ ਇੱਕ ਪਹਿਲੇ ਸਕ੍ਰਿਪਟਡ ਸੀਗਾ, ਤਿਰੰਗੇ ਵਾਲੀ ਗੱਲ ਕੀਤੀ। ਬਿਲਕੁਲ ਜੀ ਬਿਲਕੁਲ। ਮੈਂ ਪਹਿਲੇ ਦਿਨ ਮੈਂ Day 1 ਤੇ ਆਖਿਆ ਸੀ, ਜਿੱਦਣ ਮੈਂ ਉੱਥੇ ਹੀ ਸੀਗਾ, ਮੈਂ ਕਿਹਾ ਵੀ ਇਹ ਇੰਡੀਅਨ ਸਟੇਟ ਨੇ ਆਪਦਾ ਏਜੰਡਾ ਲਾਗੂ ਕਰਤਾ। ਬਿਲਕੁਲ। ਇਹ ਵੀ ਪਤਾ ਸੀਗਾ ਕਿ ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ, ਨਾ ਕੋਈ ਕਰੇ, ਨਾ ਕੋਈ ਕਿਸੇ ਦੇ ਮਨ 'ਚ ਸੀ। ਬਿਲਕੁਲ। ਪਰ ਮੀਡੀਆ ਪ੍ਰਪੇਅਰਡ ਸੀ ਇਹ ਗੱਲ ਬਣਾਉਣ ਨੂੰ, ਉਹਨੇ ਵੀ ਬਣਾਇਆ। ਤੇ ਹੁਣ ਮੋਦੀ ਸਾਹਿਬ ਕਹਿੰਦੇ ਵੀ ਤਿਰੰਗੇ ਦਾ ਨਿਰਾਦਰ। ਦਾਨੇਲੀਆ ਸਾਹਿਬ ਉਹਨੂੰ ਪੁੱਛੋ ਤਾਂ ਸਹੀ ਵੀ ਕਿੱਥੇ ਹੋਇਆ ਤਿਰੰਗੇ ਦਾ ਅਪਮਾਨ ਤਾਂ ਹੋਇਆ। ਹਾਂ,
ਪਰ ਸਵਾਲ ਇਹ ਹੈ ਕਿ ਤਿਰੰਗੇ ਦਾ ਅਪਮਾਨ ਕੀਤਾ ਕਿਹਨੇ ਹੈ? ਜਿਹੜਾ ਤਿਰੰਗਾ ਲਾਲ ਕਿਲੇ ਤੇ ਸੁਸ਼ੋਭਿਤ ਹੈ ਉਹਨੂੰ ਕਿਸੇ ਨੇ ਹੱਥ ਨਹੀਂ ਲਾਇਆ। ਉੱਥੇ ਲਾਇਆ ਵੀ ਗਿਆ, ਹੁਣ ਤਸਵੀਰਾਂ ਆ ਰਹੀਆਂ, ਉੱਥੇ ਲਾਇਆ ਵੀ ਗਿਆ ਇੱਕ ਗੁੰਬਦ ਦੇ। ਹਾਂ, ਉੱਥੇ ਤਿਰੰਗਾ ਜਿਹੜਾ ਹੈਗਾ ਲੱਗਿਆ, ਤਿਰੰਗਾ ਚੱਲੀ ਜਾਂਦਾ, ਝੂਲੀ ਜਾਂਦਾ ਤਿਰੰਗੇ ਨੂੰ, ਕਿਸੇ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਨੁਕਸਾਨ ਕਿਸ ਗੱਲ ਤੇ ਕਹਿੰਦੇ ਮੋਦੀ ਸਾਹਿਬ? ਹਾਲਾਂਕਿ ਮੋਦੀ ਸਾਹਿਬ ਤੋਂ ਪਹਿਲਾਂ ਰਾਸ਼ਟਰਪਤੀ ਸਾਹਿਬ ਵੀ ਇਹ ਗੱਲ ਕਹਿ ਚੁੱਕੇ ਹੈ। ਰਾਸ਼ਟਰਪਤੀ ਸਾਹਿਬ ਨੇ ਉਹੀ ਬੋਲਣਾ ਜੋ ਸਰਕਾਰ ਉਹਨਾਂ ਨੂੰ ਲਿਖ ਕੇ ਭੇਜਦੀ, ਉਹਨਾਂ ਨੇ ਉਹੀ ਬੋਲਿਆ। ਵੱਡੀ ਗੱਲ ਇਹ ਹੈ ਕਿ ਜਿਹੜਾ ਖਾਲਸਾਈ ਨਿਸ਼ਾਨ ਹੈ, ਜਾਂ ਜਿਹਨੂੰ ਅਸੀਂ ਕੇਸਰੀ ਕਹਿ ਸਕਦੇ ਹਾਂ, ਸਾਡਾ ਨਿਸ਼ਾਨ ਸਾਹਿਬ ਹੈ ਜੀ, ਉਹਦੇ ਤੇ ਜ਼ਿਕਰ ਕਰਦੇ ਤੇ ਆਪਾਂ ਪਹਿਲਾਂ ਦੇਖਿਆ ਕਿ ਜਿੱਦੇ ਇਹੀ 26 ਜਨਵਰੀ ਨੂੰ ਜਿਹੜੀ ਪਰੇਡ ਨਿਕਲੀ ਹੈ, ਉਸ ਪਰੇਡ ਦੇ ਵਿੱਚ ਇੱਕ ਪੰਜਾਬ ਸਰਕਾਰ ਦੀ ਝਾਕੀ ਸੀਗੀ ਜੀ, ਜਿਹੜੀ ਝਾਕੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੀ। ਉਹਦੇ ਵਿੱਚ ਮੈਂ ਧਿਆਨ ਨਾਲ, ਤੁਸੀਂ ਹੁਣ ਕੱਢ ਕੇ ਦੇਖ ਲਓ, ਦੋ ਨਿਸ਼ਾਨ ਸਾਹਿਬ ਜਿਹੜੇ ਆ ਮੂਹਰੇ ਲਹਿਰਾਉਂਦੇ। ਠੀਕ ਹੈ। ਸਾਡੇ ਡਿਫੈਂਸ ਮਿਨਿਸਟਰ ਸਾਹਿਬ ਰਾਜਨਾਥ ਸਿੰਘ ਜੀ ਗਲਵਾਨ ਦੀ ਘਾਟੀ ਤੇ ਜਾਂਦੇ, ਸਿੱਖ ਫੌਜ ਹੈ, ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਹੱਥ ਦੇ ਵਿੱਚ ਰਾਈਫਲ ਫੜ ਕੇ ਉਹ ਨਾਰੇ ਲਾਉਂਦੇ। ਉੱਥੇ ਵੀ ਨਿਸ਼ਾਨ ਸਾਹਿਬ ਚੱਲਦਾ। ਜਦੋਂ ਵੀ ਆਰਮੀ ਮੂਵ ਕਰਦੀ ਹੈ, ਚਾਹੇ ਉਹ ਆਪਣੀਆਂ ਗੱਡੀਆਂ 'ਚ ਚਾਹੇ, ਚਾਹੇ ਉਹ ਰੇਲ ਗੱਡੀ ਚਾਹੇ, ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਉੱਥੇ ਕੇਸਰੀ ਨਿਸ਼ਾਨ ਸਾਹਿਬ ਹੁੰਦਾ। ਬਿਲਕੁਲ ਉਹਦਾ ਨਹੀਂ। ਤਿਰੰਗੇ ਦਾ ਅਪਮਾਨ ਕਿੱਥੇ ਹੋਇਆ? ਤਿਰੰਗੇ ਦਾ ਅਪਮਾਨ ਹੋਇਆ ਨੰਗਲੋਈ 'ਚ ਜੀ, ਜਦੋਂ ਜਿੱਥੇ ਪੁਲਿਸ ਨੇ ਡਾਂਗਾ ਮਾਰੀਆਂ, ਕੁੱਟਿਆ, ਤੇ ਕੁੱਟਿਆ ਕਿੰਨਾਂ ਨੂੰ? ਬਜ਼ੁਰਗਾਂ ਨੂੰ, ਨਿੱਕਿਆਂ ਬੱਚਿਆਂ ਨੂੰ, ਜਿਹੜੇ ਨੌਜਵਾਨ ਬੱਚੇ ਸੀ ਉਹਨਾਂ ਨੂੰ। ਉੱਥੇ ਜਿਹੜੇ ਟਰੈਕਟਰਾਂ ਦੇ ਉੱਤੇ ਡਾਂਗਾ ਮਾਰੀਆਂ, ਉਹ ਤਿਰੰਗੇ ਲਾ ਪੈਰਾਂ 'ਚ ਰੋਲੇ ਆ, ਤੋੜ ਕੇ ਜਿਹੜੇ ਮਾਰ ਕੇ ਪੈਰਾਂ 'ਚ ਰੋਲੇ ਆ, ਉਹਨਾਂ ਦੇ। ਉਹ ਕਿਹਦੇ ਹੁਕਮ ਤੇ? ਆਹੀ ਤਾਂ ਚੀਜ਼ ਹੈ। ਜਿਹੜਾ ਸਵਾਲ ਵੀ ਆਪਣਾ ਅਰਨਬ ਭਾਰਤ ਪੁੱਛਦਾ ਹੈ, ਭਾਰਤ ਪੁੱਛਦਾ ਹੈ, ਅਸੀਂ ਪੁੱਛਦੇ ਹਾਂ, ਪੰਜਾਬ ਪੁੱਛਦਾ ਕਿ ਮਾਨਯੋਗ ਨਰਿੰਦਰ ਮੋਦੀ ਸਾਹਿਬ, ਇਹ ਗੱਲ ਤਾਂ ਤੁਸੀਂ ਕਹਿਤੀ ਮਨ ਕੀ ਬਾਤ ਦੇ ਵਿੱਚ, ਤੇ ਪੁੱਛੋਗਾ ਆਪਦੇ ਹੋਮ ਮਿਨਿਸਟਰ ਨੂੰ, ਉਹਦੀ ਪੁਲਿਸ ਨੇ ਕਿਹਦੇ ਹੁਕਮ ਤੇ ਕੁਛ ਕੀਤਾ ਹੈ? ਜਿਹੜੇ ਉੱਥੇ ਤਿਰੰਗੇ ਰੋਲੇ ਆ, ਤਿਰੰਗੇ ਦਾ ਅਪਮਾਨ ਹੋਇਆ, ਪਰ ਲੱਭੋ ਅਪਮਾਨ ਕਰਨ ਵਾਲਾ ਕੌਣ? ਸਜ਼ਾਵਾਂ ਉਹਨਾਂ ਨੂੰ ਦਿਓ ਜੀ। ਇਕੱਲਾ ਬਹਾਨਾ ਨਾ ਬਣਾਓ ਲਾਲ ਕਿਲੇ ਵਾਲਾ। ਲਾਲ ਕਿਲੇ ਵਾਲਾ ਬਹਾਨਾ ਬਣਾ ਕੇ ਤੁਸੀਂ ਇੱਕ ਕਮਿਊਨਿਟੀ ਨੂੰ, ਇੱਕ ਭਾਈਚਾਰੇ ਨੂੰ, ਇੱਕ ਪੰਜਾਬੀਅਤ ਨੂੰ ਜਿਹੜਾ ਹੈਗਾ ਤੁਸੀਂ ਬਦਨਾਮ ਕਰਨਾ ਚਾਹੁੰਦੇ, ਇਹ ਨਹੀਂ ਚੱਲੂਗਾ ਜੀ। ਬਿਲਕੁਲ। ਤੇ ਪੱਤਰਕਾਰ ਦੀ ਰਿਹਾਈ ਦੇ ਲਈ ਦਿੱਲੀ ਦੇ ਪੱਤਰਕਾਰ ਵੀ ਇਕਜੁੱਟ ਹੋਏ ਨਜ਼ਰ ਆਏ ਜੀ। ਬਿਲਕੁਲ ਜੀ, ਤਾਂ ਕਮਾਲ ਹੀ ਹੋ ਗਈ ਨਾ। ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਜਦੋਂ 2.5 ਟੋਟਰੂ ਆ ਕੇ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੈਂਪ ਦੇ ਉੱਤੇ ਹਮਲਾ ਕਰਦੇ, ਜਿਹੜਾ ਉਹ ਮੰਜ਼ਰ ਸੀ ਜੀ, ਉਸ ਮੰਜ਼ਰ ਨੂੰ ਗੋਦੀ ਮੀਡੀਆ ਨੇ ਤਾਂ ਕਵਰ ਨਹੀਂ ਕਰਨਾ ਸੀ, ਨਾ ਕੀਤਾ ਨਾ ਉਹਨੂੰ ਕਵਰ। ਕੁੜੀ ਹੌਸਲਾ ਕਰ ਗਈ, ਉਹਦੇ ਨਾਲ ਪਤਾ ਨਹੀਂ ਕੀ ਬੀਤੀ ਹੋਊਗੀ ਅੱਜ ਤੱਕ ਵਾਲੀ ਨਾਲ। ਚਲੋ ਉਹ ਤਾਂ ਪਤਾ ਨਹੀਂ ਵਿਚਾਰੀ ਹੈਗੀ ਕਹੇ ਨਹੀਂ ਹੁਣ ਤੱਕ। ਇੱਥੇ ਕੀ ਹੋਇਆ? ਇੱਥੇ ਮੁੰਡਾ ਮਨਦੀਪ ਪੂਨੀਆ ਕਾਰਵਾਂ ਵਾਸਤੇ ਕੰਮ ਕਰਦਾ ਹੈ ਜੀ, ਮੈਗਜ਼ੀਨ ਦੇ ਲਈ। ਉਹਨੂੰ ਅਸੀਂ ਕਹਿ ਸਕਦੇ ਹਾਂ ਯੂਟਿਊਬਰ ਪੱਤਰਕਾਰ ਜੀ, ਜਾਂ ਫਰੀਲਾਂਸਰ ਪੱਤਰਕਾਰ। ਉਸ ਬੰਦੇ ਨੇ ਕੱਲੀ ਚੀਜ਼ ਜਿਹੜੀ ਹੈਗੀ ਆਪਣੇ ਕੈਮਰੇ 'ਚ ਕੈਦ ਕੀਤੀ, ਔਰ ਇਸ ਤੋਂ ਪਹਿਲਾਂ ਕਿ ਉਹਦਾ ਕੈਮਰਾ ਤਬਾਹ ਕਰਨ ਦੇ ਜੀ, ਉਸ ਬੰਦੇ ਨੇ ਸਾਰੀ ਚੀਜ਼ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਤੇ ਅਪਲੋਡ ਕਰਤੀ, ਫੇਸਬੁੱਕ ਤੇ ਅਪਲੋਡ ਕਰਤੀ। ਉਹਨੇ ਦਿਖਾਇਆ ਕਿ ਕਿਵੇਂ ਰਣਜੀਤ ਸਿੰਘ ਨੂੰ ਕੁੱਟ ਰਹੇ ਆ ਪਸ਼ੂਆਂ ਨੂੰ ਜੀ, ਕਿਵੇਂ ਰਣਜੀਤ ਸਿੰਘ ਨੂੰ ਧੂ ਕੇ RSS ਦੇ ਵਰਕਰਾਂ ਮੂਹਰੇ ਸਿੱਟ ਦਿੰਦੇ, ਇਹ ਕਿਵੇਂ ਜਿਹੜਾ ਹੈਗਾ ਤੁਹਾਡਾ ਸਿੱਟਿਆ ਗਿਆ ਪੈਟਰੋਲ ਬੰਬ ਜੀ, ਕਿਵੇਂ ਜਿਹੜਾ ਹੈਗਾ ਕੈਂਪ ਦੇ ਵਿੱਚ ਕੱਲੀ ਚੀਜ਼ ਨੂੰ ਜਾ ਕੇ ਭੰਨਿਆ ਗਿਆ। ਇਹ ਸਾਰੀਆਂ ਚੀਜ਼ਾਂ ਜਦੋਂ ਨੇ ਕਰ ਲਈਆਂ, ਤੇ ਨਾਲ ਉਹਦੇ ਇੱਕ ਮੁੰਡਾ ਹੋਰ ਸੀ ਜੀ, ਉਹ ਕਿਸੇ ਹੋਰ ਅਦਾਰੇ ਵਾਸਤੇ ਕੰਮ ਕਰਦਾ ਸੀ, ਉਹਦਾ ਨਾਂ ਸੀ ਧਰਮਿੰਦਰ। ਦੋਨਾਂ ਨੂੰ ਕਾਬੂ ਕਰ ਲਿਆ। ਦੋਨਾਂ ਨੂੰ ਕਾਬੂ ਕਰਕੇ ਅਣਦੱਸੀ ਥਾਂ ਤੇ ਲੈ ਗਏ। ਪਤਾ ਇਹ ਲੱਗਿਆ ਬਾਅਦ ਦੀਆਂ ਰਿਪੋਰਟਾਂ ਜਿਹੜੀਆਂ ਪੱਤਰਕਾਰਾਂ ਨੂੰ ਪਤਾ ਲੱਗਿਆ ਕਿ ਮਨਦੀਪ ਪੂਨੀਆ ਨੂੰ ਕੁੱਟਿਆ ਵੀ ਬਹੁਤ ਕੁੱਟਿਆ, ਉਹਨੂੰ ਕੁੱਟਿਆ ਵੀ ਬਹੁਤ, ਕੋਈ ਪਤਾ ਨਹੀਂ ਲੱਗਦਾ। ਇਕੱਲੇ ਕਹਿ ਰਹੇ ਪੱਤਰਕਾਰ ਜਿਹੜੇ ਇੱਧਰ ਉੱਧਰ ਭੱਜਦੇ ਆ, ਲੱਭਦੇ ਫਿਰਦੇ ਆ ਵੀ ਕਿੱਥੇ। ਧਰਮਿੰਦਰ ਦਾ ਜਿਹੜਾ ਸੀਗਾ ਮੋਬਾਈਲ ਉਹ ਕਬਜ਼ੇ 'ਚ ਲੈ ਲਿਆ ਪੁਲਿਸ ਨੇ, ਤੋੜਤਾ ਸ਼ਾਇਦ। ਇਹਦਾ ਜਿਹੜਾ ਸੀਗਾ ਕੈਮਰਾ ਉਹ ਕਬਜ਼ੇ 'ਚ ਲੈ ਲਿਆ ਪੂਨੀਆ ਦਾ। ਤੇ ਫਿਰ ਧਰਮਿੰਦਰ ਤੋਂ ਤਾਂ ਐਫੀਡੈਵਿਟ ਲੈ ਲਿਆ ਇੱਕ ਜੀ, ਐਫੀਡੈਵਿਟ ਲੈ ਕੇ ਚਲੋ ਉਹਨੇ ਪਤਾ ਨਹੀਂ ਕੀ ਲਿਖਵਾਇਆ ਹੋਊ ਉਹਦੇ 'ਚ। ਤੇ ਮਨਦੀਪ ਨੂੰ ਜਿਹੜਾ ਹੈਗਾ ਜਦੋਂ ਦੇਰ ਤੱਕ ਨਾ ਪਤਾ ਲੱਗਿਆ, ਤੇ ਫਿਰ ਸਾਰੇ ਜਿਹੜੇ ਦਿੱਲੀ ਦੇ ਪੱਤਰਕਾਰ ਉਹ ਇਕੱਠੇ ਹੋ ਗਏ। ਐਡੀਟਰਸ ਗਿਲਡ ਨੇ ਵੀ ਇਹਦੀ ਨਿੰਦਾ ਕੀਤੀ, ਜਿਹੜੀਆਂ ਪੱਤਰਕਾਰ ਜਥੇਬੰਦੀਆਂ ਉਹਨਾਂ ਨੇ ਵੀ ਕੀਤੀ, ਦਿੱਲੀ ਦਾ ਪ੍ਰੈਸ ਕਲੱਬ ਆ ਉਹਦੇ ਵਿੱਚ ਵੀ ਇਹ ਮਾਮਲਾ ਉੱਠਿਆ ਜੀ, ਔਰ ਸਾਰੇ ਪੱਤਰਕਾਰ ਉੱਠ ਕੇ ਫਿਰ ਪੁਲਿਸ ਹੈਡਕੁਆਟਰ ਤੇ ਚਲੇ ਗਏ। ਪੁਲਿਸ ਹੈਡਕੁਆਟਰ ਦੇ ਤੇ ਜਾ ਕੇ ਦਾਨੇਵਾਲੀਆ ਸਾਹਿਬ ਫਿਰ ਉਹਨਾਂ ਨੇ ਪ੍ਰੋਟੈਸਟ ਕੀਤਾ। ਦਿੱਲੀ ਪੁਲਿਸ ਹਾਏ ਤੁਹਾਡੇ ਮੈਂ ਯਾਦ ਕਰਾਉਣਾ, ਇੱਕ ਪ੍ਰੋਟੈਸਟ ਪਹਿਲਾਂ ਵੀ ਹੋਇਆ ਸੀ ਪੁਲਿਸ ਹੈਡਕੁਆਟਰ ਤੇ, ਜਦੋਂ ਪੁਲਿਸ ਵਾਲੇ ਕੁੱਟੇ ਸੀ ਨਾ ਜੀ, ਉਦੋਂ ਪੁਲਿਸ ਵਾਲਿਆਂ ਦੇ ਪਰਿਵਾਰਾਂ ਨੇ ਜਾ ਕੇ ਤੇ ਵਰਦੀਆਂ ਦੇ ਵਿੱਚ ਜਾ ਕੇ ਜਿਹੜੀ ਹੈਗੀ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਹਾਏ ਕੀਤੀ ਸੀ। ਉਵੇਂ ਜਿਵੇਂ ਕੱਲ ਫਿਰ ਪੱਤਰਕਾਰਾਂ ਨੇ ਹਾਏ ਕੀਤੀ। ਨਤੀਜਾ ਕੀ ਹੋਇਆ ਕਿ ਫਿਰ ਉਹਨੂੰ ਨਾਲ ਦੀ ਨਾਲ ਹੀ ਮੈਜਿਸਟ੍ਰੇਟ ਦੇ ਪੇਸ਼ ਕਰਤਾ। 186 ਦੇ ਤਹਿਤ ਸ਼ਾਇਦ ਉਹਦੇ ਖਿਲਾਫ FIR ਦਰਜ ਕੀਤੀ ਹੈ, ਤੇ ਉਹਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਜੇਲ੍ਹ ਭੇਜਤਾ।
ਪੱਤਰਕਾਰਾਂ ਨੇ ਪ੍ਰੋਟੈਸਟ ਕੀਤਾ। ਸ਼ਾਇਦ ਅੱਜ ਉਹਦੀ ਬੇਲ ਐਪਲੀਕੇਸ਼ਨ ਲੱਗੀ ਸੀ, ਹੁਣ ਤੱਕ ਪਤਾ ਨਹੀਂ ਕੀ ਰਿਜ਼ਲਟ ਆਇਆ ਹੋਊਗਾ ਬੇਲ ਐਪਲੀਕੇਸ਼ਨ ਦੇ ਉੱਤੇ ਕੀ ਹੈ। ਲੇਕਿਨ ਮੇਰੇ ਇੱਕ ਗੱਲ ਯਾਦ ਆਉਂਦੀ ਹੈ ਜੀ ਕਿ ਜਦੋਂ ਇਸ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੈ, ਐਮਰਜੈਂਸੀ ਵੇਲੇ ਵੀ ਹਾਲਤ ਇਹ ਹੁੰਦੀ ਸੀ, ਪੱਤਰਕਾਰਾਂ ਨੂੰ ਕੁਸਕਣ ਨਹੀਂ ਦਿੱਤਾ ਜਾਂਦਾ ਸੀ ਜੀ। ਅਖਬਾਰਾਂ ਦੇ ਜਿਹੜੇ ਫਰੰਟ ਪੇਜ ਹੁੰਦੇ ਸੀ, ਅਖਬਾਰਾਂ ਦੇ ਐਡੀਟੋਰੀਅਲ ਪੇਜ ਹੁੰਦੇ ਸੀ, ਉਹਦੇ ਉੱਤੇ ਬਹੁਤ ਸਾਰੇ ਥਾਂ ਖਾਲੀ ਪਏ ਹੁੰਦੇ ਸੀ ਜਿੱਥੇ ਖਬਰਾਂ ਹੁੰਦੀਆਂ ਸੀ, ਜਿਹੜੀਆਂ ਖਬਰਾਂ ਕੱਢ ਦਿੱਤੀਆਂ ਜਾਂਦੀਆਂ ਸੀ ਜੀ। ਤੇ ਉੱਥੇ ਲਿਖਿਆ ਕੀ ਹੁੰਦਾ ਸੀ, ਸੈਂਸਰ ਦੀ ਭੇਟ। ਬਿਲਕੁਲ। ਉਦੋਂ ਸੈਂਸਰ ਕੀਤਾ ਜਾਂਦਾ ਸੀ ਅਖਬਾਰਾਂ ਨੂੰ, ਹੁਣ ਸੈਂਸਰ ਕੀਤਾ ਜਾਂਦਾ ਹੱਥਾਂ ਨੂੰ, ਜੀਬਾਂ ਨੂੰ, ਕਿ ਇਹ ਬੋਲ ਨਾ ਸਕਣ, ਇਹ ਲਿਖ ਨਾ ਸਕਣ, ਔਰ ਇਹ ਕੋਈ ਕਿਸੇ ਚੀਜ਼ ਦੀ ਜਿਹੜੀ ਹੈ ਵੀਡੀਓਗ੍ਰਾਫੀ ਨਾ ਕਰ ਸਕਣ। ਬਿਲਕੁਲ ਜੀ। ਐਮਰਜੈਂਸੀ ਦੇਸ਼ ਦੇ ਵਿੱਚ ਨਾ ਲੱਗੇ, ਇਹ 1977 ਜਿਹੜੀ ਨਵੀਂ ਪਾਰਲੀਮੈਂਟ ਬਣੀ ਸੀ ਉਹਨੇ ਕਾਨੂੰਨ ਬਣਾਤਾ ਸੀ ਜੀ। ਲੇਕਿਨ ਮੇਰੇ ਇੱਕ ਗੱਲ ਯਾਦ ਆਉਂਦੀ ਹੈ, ਇੱਕ ਵਾਰੀ ਐਮਰਜੈਂਸੀ ਦੀ ਸਾਲਗਿਰਾਹ ਦੇ ਉੱਤੇ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਹੀ ਸੀ ਉਦੋਂ ਜੀ, ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦਾ ਇੱਕ ਵੱਡੇ ਅਖਬਾਰ ਦੇ ਵਿੱਚ ਆਰਟੀਕਲ ਲੱਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਭਾਰਤ ਅਣਐਲਾਨੀ ਐਮਰਜੈਂਸੀ ਵੱਲ ਵੱਧ ਰਿਹਾ ਤੇਜ਼ੀ ਨਾਲ ਜੀ। ਤੇ ਮੇਰੇ ਖਿਆਲ ਆ ਵੀ ਹੁਣ ਤਾਂ ਇਹ ਕਹਿ ਸਕਦੇ ਹਾਂ ਵੀ ਐਮਰਜੈਂਸੀ ਦਾ ਐਲਾਨ ਨਹੀਂ ਹੋਇਆ, ਕਸਰ ਕੋਈ ਨਹੀਂ। ਆਪਾਂ ਬੈਠੇ ਅੱਜ ਤਾਂ ਟਵਿੱਟਰ ਦੇ ਬੜੇ ਅਕਾਊਂਟ ਬੰਦ ਕਰਤੇ ਜੀ। ਹਾਂ ਉਹ ਵੀ ਕਰਤੇ ਨੇ। ਅੱਜ ਆਪਾਂ ਬੈਠੇ ਇੱਥੇ, ਹੁਣ ਕੱਲ੍ਹ ਨੂੰ ਮੇਰਾ ਖਿਆਲ ਵੀ ਆਪਾਂ ਨੂੰ ਕਹਿ ਦੇਣਗੇ ਵੀ ਹਾਂ ਆਜੋ ਭਾਈ, ਫਿਰ ਤੁਹਾਡੇ ਤੇ ਲਾ ਦਿੰਦੇ UAPA। ਇੱਕ UAPA ਇਹਨਾਂ ਕੋਲ ਹੈਗਾ ਕੀਤਾ ਜੀ, ਦੇਸ਼ ਵਿਰੋਧੀ ਹੈ। ਅਸੀਂ ਤਿਰੰਗੇ ਦੇ ਅਪਮਾਨ ਦੀ ਗੱਲ ਕੀਤੀ, ਅਸੀਂ ਤਿਰੰਗੇ ਦੇ ਅਸਲ ਦੋਸ਼ੀਆਂ ਵੱਲੋਂ ਗੱਲ ਕੀਤੀ ਹੈ ਜੀ ਜੀ। ਤੇ ਉਹ ਕਹਿਣਗੇ ਜੀ ਇਹ ਤਾਂ ਫਿਰ ਇਹਨਾਂ ਨੇ ਤਿਰੰਗੇ ਦਾ ਅਪਮਾਨ ਕਰਤਾ, ਇੱਥੇ ਤਾਂ ਇਹ ਤਾਂ ਜਿਹੜੇ ਇਹਨਾਂ ਨੇ ਸ਼ਬਦ ਬੋਲੇ ਇਹ ਨਹੀਂ ਸੀ ਬੋਲਣੇ ਚਾਹੀਦੇ ਜੀ। ਸੋ ਰੇਡੀਓ ਪੰਜਾਬ ਟੂਡੇ ਦਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੁਸੀਂ ਸਾਨੂੰ WhatsApp ਕਰ ਸਕਦੇ ਹੋ 9216410666 ਤੇ, ਜਾਂ ਫਿਰ ਤੁਸੀਂ YouTube ਦੇ ਉੱਤੇ ਜਿਹੜੇ ਲਿੰਕ ਹੈਗੇ ਉਹਦੇ ਥੱਲੇ ਪਲੀਜ਼ ਜ਼ਰੂਰ ਕਮੈਂਟ ਕਰਿਓ। ਬਹੁਤ ਬਹੁਤ ਸ਼ੁਕਰੀਆ। ਮੁਲਾਕਾਤ ਕੱਲ੍ਹ ਨੂੰ ਫਿਰ ਇਸੇ ਸਮੇਂ। ਸ਼ਮਾਦਾਨ।